कहता मेरी हवा च उड़ान होवे, देखदा जहाज नूं ते बटदा ए घूरियां, आसा कदे बंदे दियां हुंदियां नहीं। सारी जिंदगी इदां ही लंघ जांदा बंदा। सत संगत जी मारे कहन लगे बई तेरा समा इह जिहा होना कि बिल्ली की तरह झपट बजनी है तेरे ते, तेनू लै जाना, तू रहना नहीं है। हुण पंक्ति बचन की क्या सी, तेनू जवानी विच भी झपट बज सकती है, तेनू बुढ़ेपे विच भी झपट बज सकती है, ते तेनू बचपन विच भी झपट बज सकती है, ये पता कोई नहीं है। अगला बचन तनबंता अर निर्तन मनई ताकि कशु ना कानी रे। तनबंता कहते ने अमीर बंदे हुण पहला बचन सी मौत जवानी विच भी आ सकती है, जवानी मौत बचपन विच भी ते मौत बुढ़ेपे विच भी। हुण अगले बचन विच कहंदे मौत अमीर नूं भी आ सकती है ते मौत गरीब नूं भी आ सकती है। किवें तनबंता, तनबंता कहंदे ने अमीर बंदे नूं। कोई अपने आप नूं बहुता अमीर बंदा कहे भी मैनूं मौत नहीं आएगी, पर कहंदे उहदी जिंदगी दा भुलेखा, इत्थे बड़े बड़े अमीर आए वो भी चले गए। किवें चले गए जी? छोटे की गल तां सतगुरू ने सानूं समझातियां, सब दा ज्ञान आ जाना है। हुण वड्डियां की गल करदे ने, कहंदे जिहड़े बड़े बड़े आए लोग, बड़े बड़े संसार के आए। किवें सहंसर नाम दे इंदर रवाया, परशुराम रोगा घर आया, अजय रोगा भिखिया खाए, ऐसी नरका मिलै सजाए, रोगा रावण काला भया, सीता लक्ष्मण बिछड़ गया, रोगा पांडव भये मयूर, जिनके स्वामी रहत हदूर, रोगा जन्मेजा कोई गया, एक ही कारण पापी भया, रोगा सेख मसायक पीर, अंत काल मत लागे पीड़, रोगा राजे कंन पड़ाए, कर कर भिखिया मंगण जाए, रोगा देश लंक गवाए, जिन सीता अंधी दऊ आए। लास्ट पंक्ति पढ़ लो, कहते वाली रोगा नाहि पतार, नानक दुखिया सब संसार। कहते तू छोटियां दी गल ना कर, ये मौत ने ते बड़े बड़े राजे भी दस रहे ने। किवें ओ राखी उड़गी बरोले पावे तेरी, बड़े बड़े राजियां दी उड़गी बरोले पावे तेरी, बड़े बड़े राजियां दी राखी उड़गी बरोले पावे तेरी, बड़े बड़े राजियां दी राखी उड़गी बरोले बड़े बड़े राजियां दी, मेरे प्यारे बड़े बड़े राजियां दी, प्यारे जी 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 बड़े बड़े मैनू मौत नहीं आएगी, तो जिंदगी का सब तो बड़ा भुलेखा, इतने बड़े बड़े राजे बादशाह भी आए, वो भी चले गए ने। किन्नियां दी गल करदे ने महाराज? पातशाह कहंदे लंका गढ़ सोने का भया, मूर्ख रावण क्या ले गए। इतने गल करती ना, पौरू बादशाह ने 40 गंज माया दे जोड़े ते बड़ा अमीर बंदा सी,
ਸਾਧ ਸੰਗਤ ਜੀ ਇੰਨੀ ਕੁਝ ਜੋੜਨ ਦੇ ਬਾਵਜੂਦ ਵੀ ਗੁਰਮੁਖ ਪਿਆਰਿਓ ਜਦੋਂ ਆਖਰੀ ਸਮਾਂ ਆਇਆ ਨਾ, ਆਪਣੇ ਧੀਆਂ ਪੁੱਤਾਂ ਨੂੰ ਕੋਲ ਬੁਲਾ ਕੇ ਕਹਿਣ ਲੱਗਾ ਮੇਰੇ ਆਖਰੀ ਸਮੇਂ ਤੇ ਕੀ ਕਰੋਗੇ? ਉਹ ਕਹਿਣ ਲੱਗੇ ਪਿਤਾ ਜੀ ਤੁਹਾਡੀ ਦੇਹ ਸ਼ਾਂਤੀ ਲਈ ਕੋਈ ਮੰਦਰ ਬਣਵਾ ਦਾਂਗੇ, ਕੋਈ ਮਸਜਿਦ ਬਣਵਾ ਦਾਂਗੇ ਪਿਤਾ ਜੀ, ਕੋਈ ਤੁਹਾਡੇ ਲਈ ਸੁਣਿਓ ਕੋਈ ਖੂਹ ਲਵਾ ਦਾਂਗੇ ਤੁਹਾਡੀ ਯਾਦ ਜਿਹਦੇ ਕਰਕੇ ਤੁਹਾਡੀ ਰੂਹ ਨੂੰ ਸ਼ਾਂਤੀ ਆ ਜਾਏ। ਉਹ ਕਹਿਣ ਲੱਗਾ ਇਹਨਾਂ ਗੱਲਾਂ ਨਾਲ ਮੇਰੀ ਰੂਹ ਨੂੰ ਸ਼ਾਂਤੀ ਨਹੀਂ ਆਏਗੀ, ਫਿਰ ਕੀ ਕਰੀਏ? ਕਹਿਣ ਲੱਗੇ ਪੁੱਤਰੋ ਜਿੱਦਣ ਮੈਂ ਦੁਨੀਆ ਤੋਂ ਜਾਵਾਂ ਨਾ, ਮੈਨੂੰ ਸੀੜੀ ਤੇ ਪਾਇਆ ਹੋਵੇ, ਅਰਥੀ ਤੇ ਪਾਏ ਦੇ ਦੋਨੇ ਹੱਥ ਥੱਲੇ ਲਮਕਾ ਦਿਓ। ਕਹਿਣ ਲੱਗੇ ਪਿਤਾ ਜੀ ਬਾਦਸ਼ਾਹ ਨਰਾਦਰ ਹੋਏਗਾ, ਕੋਈ ਦਿੱਕਤ ਨਹੀਂ, ਨਰਾਦਰ ਤੇ ਚੱਲ ਲਾਂਗਾ, ਪਰ ਲੋਕਾਂ ਨੂੰ ਦੁਨੀਆ ਨੂੰ ਇਹ ਪਤਾ ਲੱਗ ਜਾਏਗਾ ਕਿ ਉਹ ਦੇਖੋ 40 ਗੰਜ ਮਾਇਆ ਦੇ ਜੁੜਨ ਵਾਲਾ ਵੀ ਅੱਜ ਖਾਲੀ ਹੱਥੀ ਤੁਰ ਗਿਆ। ਆਪਕੋ ਸਤਨਾਮ। ਅਮੀਰਾਂ ਦੀ ਗੱਲ ਨਹੀਂ ਹੈ, ਮੈਂ ਪਹਿਲੀ ਗੱਲ ਸਮਝਾ ਦਿਆਂ ਕਿ ਜੇ ਮੌਤ ਗਰੀਬੀ ਅਮੀਰੀ ਵਿੱਚ ਵੰਡੀ ਹੋਵੇ ਫਿਰ ਕਿਤੇ ਗੱਲ ਹੀ ਕੋਈ। ਸਾਧ ਸੰਗਤ ਜੀ ਭਾਈ ਗੁਰਦਾਸ ਜੀ ਨੇ ਵੀ ਮੋਹਰ ਲਾ ਦਿੱਤੀ ਇਸ ਗੱਲ ਤੇ। ਭਾਈ ਗੁਰਦਾਸ ਜੀ ਪਤਾ ਕੀ ਕਹਿੰਦੇ? ਕਹਿੰਦੇ ਜੜੀ ਬੂਟੀ ਜੇ ਜੀਵੀ ਹੈ ਕਿ ਮਰੈ ਤਨੰਤਰ। ਅਸੀਂ ਕਹਿੰਦੇ ਆ ਮੈਂ ਸਾਰਾ ਕੁਝ ਵੇਚ ਕੇ ਲਾ ਲਾਂਗਾ, ਮੈਂ ਬੰਦੇ ਨੂੰ PGI DMC ਜਿੱਥੇ ਜਿੱਥੇ ਦੁਨੀਆ ਦੇ ਲੋਕ ਇਲਾਜ ਕਰਾ ਸਕਦੇ ਨੇ ਮੈਂ ਕਰਾ ਲਾਂਗਾ, ਫੌਰਨ ਤੱਕ ਵੀ ਲੈ ਜਾਵਾਂਗਾ, ਮੈਂ ਬਚਾ ਲਾਂਗਾ। ਪਰ ਕਹਿੰਦੇ ਜੇ ਇਦਾਂ ਹੀ ਦਵਾਈਆਂ ਨਾਲ ਬਚਦਾ ਹੁੰਦਾ ਨਾ, ਭਾਈ ਸਾਹਿਬ ਕਹਿੰਦੇ ਕੋਈ ਮਰੈ ਤਨੰਤਰ, ਕਹਿੰਦੇ ਤਨੰਤਰ ਵੈਦ ਨੂੰ ਕਦੀ ਮੌਤ ਹੀ ਨਾ ਆਉਂਦੀ। ਦੁਨੀਆ ਦਾ ਸਭ ਤੋਂ ਵੱਡਾ ਡਾਕਟਰ ਤਨੰਤਰ ਵੈਦ ਸੀ, ਕਹਿੰਦੇ ਫਿਰ ਤਨੰਤਰ ਵੈਦ ਨੂੰ ਕਦੀ ਮੌਤ ਹੀ ਨਹੀਂ ਸੀ ਆਉਂਦੀ ਜੇ ਗੁਰਮੁਖੋ ਮਾਇਆ ਦੇ ਨਾਲ ਬੰਦੇ ਬਚਦੇ। ਪਰ ਮੌਤ ਅਟਲ ਹੈ, ਕਿਆ ਜਾਣੇ ਹੁਣ ਸਾਡੇ ਇਹਦੇ ਵਿੱਚ ਬੈਠੇ ਆ, ਅਸੀਂ ਨਹੀਂ ਜਾਣਦੇ ਕਿ ਮੌਤ ਨੇ ਆਉਣਾ ਕਦੋਂ। ਅਸੀਂ ਸਾਰੇ ਜੀਵਿਆ ਲੋੜਾ ਸਭ ਕੋਈ ਸਾਰੇ ਜਿਉਣ ਵਾਸਤੇ ਲੱਗੇ ਹੋਏ, ਜਿੰਨਾ ਧਨ ਪਦਾਰਥ ਮਾਇਆ ਜੋ ਇਕੱਠੀ ਕਰ ਰਹੇ ਆ ਇਹ ਸਾਰੇ ਜਿਉਣ ਦੇ ਸਾਧਨ ਨੇ, ਸਾਰਾ ਕੁਝ ਜਿਉਣ ਵਾਸਤੇ ਇਕੱਠਾ ਕੀਤਾ ਹੋਇਆ। ਸਾਨੂੰ ਨਹੀਂ ਪਤਾ ਕਿ ਅਸੀਂ ਮਰਨਾ ਕਦੋਂ। ਤੇ ਪਾਤਸ਼ਾਹ ਨੇ ਵੀ ਇਹ ਗੱਲ ਕਹੀ ਹੈ ਕਿਆ ਜਾਣੇ, ਕਹਿੰਦੇ ਕੋਈ ਬੰਦਾ ਨਹੀਂ ਜਾਣਦਾ ਸਾਨੂੰ ਕਿ ਉਹ ਮਰੇਂਗੇ ਕਿ ਅਸੀਂ ਮਰਨਾ ਕਦੋਂ ਹੈ। ਤੇ ਨਾਲ ਇੱਕ ਗੱਲ ਹੋਰ ਵੀ ਕਹੀ ਅਗਲੀ ਪੰਕਤੀ ਵਿੱਚ, ਕੈਸਾ ਮਰਨਾ ਹੋਏ ਕਿ ਸਾਡਾ ਮਰਨਾ ਹੋਣਾ ਤੇ ਕਿਹਦਾ ਹੋਣਾ ਇਹ ਵੀ ਕਿਸੇ ਨੂੰ ਨਹੀਂ ਪਤਾ। ਕਿਆ ਜਾਣੇ ਕੋਈ ਨਹੀਂ ਜਾਣਦਾ, ਕਿਉਂ ਮਰੇਂਗੇ ਕਦੋਂ ਮਰਨਾ, ਕੈਸਾ ਮਰਨਾ ਹੋਏ ਕਿ ਸਾਡਾ ਮਰਨਾ ਹੋਣਾ ਕਿਹਦਾ ਹੋਣਾ, ਕਿਸੇ ਗੋਲੀ ਨਾਲ ਹੋਣਾ, ਕਿਸੇ ਦਵਾਈ ਨਾਲ ਹੋਣਾ, ਕਿਸੇ ਹਸਪੀਟਲ 'ਚ ਹੋਣਾ, ਕਿਸੇ ਐਕਸੀਡੈਂਟ 'ਚ ਹੋਣਾ, ਕਿਸੇ ਨੂੰ ਕੋਈ ਪਤਾ। ਹਾਂ ਇੱਕ ਗੱਲ ਹੈ, ਜੇਕਰ ਸਾਹਿਬ ਬਣੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ, ਜੇ ਪਰਮੇਸ਼ਰ ਦੇ ਵੱਲ ਰਹੀਏ ਤੇ ਮੌਤ ਵੀ ਸੌਖੀ ਆ ਸਕਦੀ ਹੈ, ਕਿਉਂਕਿ ਮੌਤ ਦਾ ਭਰੋਸਾ ਕੋਈ ਨਹੀਂ, ਮੌਤ ਦਾ ਭਰੋਸਾ ਕੋਈ ਨਹੀਂ ਕਦੋਂ ਆ ਜਾਣਾ ਹੈ। ਤੇ ਬਚਨ ਕੀ ਚੱਲ ਰਿਹਾ ਸੀ ਕਿ ਧਨਵੰਤਾ ਅਰ ਨਿਰਧਨ ਮਣੀ। ਪਹਿਲਾ ਬਚਨ ਸੀ ਧਨਵੰਤਾ ਕਿ ਭਾਈ ਅਮੀਰ ਨੂੰ ਵੀ ਮੌਤ ਆਏਗੀ, ਅਰ ਨਿਰਧਨ ਮਣੀ, ਨਿਰਧਨ ਕਹਿੰਦੇ ਨੇ ਗਰੀਬ ਨੂੰ, ਪਰ ਕਹਿੰਦੇ ਮੌਤ ਗਰੀਬ ਨੂੰ ਵੀ ਆਏਗੀ। ਤਾਂ ਕੀ ਕਛੂ ਨਾ ਤੇਰੀ ਗਰੀਬੀ ਤੇ ਅਮੀਰੀ ਦੀ ਰੱਬ ਅੱਗੇ ਕੋਈ ਪਰਵਾਹ ਨਹੀਂ। ਕੋਈ ਬੰਦਾ ਕਹੇ ਮੈਂ ਤਾਂ ਗਰੀਬ ਜਿਹਾ ਬੰਦਾ ਜੀ, ਰੱਬ ਨੇ ਮੈਨੂੰ ਮਾਰ ਕੇ ਨਹੀਂ ਲੈਣਾ, ਮਾਰੇ ਕਹਿੰਦੇ ਇਹਨਾਂ ਗੱਲਾਂ ਦੀ ਤੇਰੇ ਰੱਬ ਅੱਗੇ ਤੇਰੇ ਕੋਈ ਪਰਵਾਹ ਨਹੀਂ। ਕਿਉਂ? ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ। ਜਦੋਂ ਰੱਬ ਨੇ ਮੌਤ ਦੇਣੀ ਆ ਨਾ, ਉਹਦਾ ਸਾਇਕ ਸਮਮੀ ਹੁੰਦਾ, ਬਰਾਬਰ ਮੌਤ ਦੀ ਬਰਾਬਰ ਦੀ ਦਿੰਦਾ। ਨਾ ਬੱਚਾ ਦੇਖਦਾ, ਨਾ ਬੁੱਢਾ ਦੇਖਦਾ, ਨਾ ਜਵਾਨ ਦੇਖਦਾ, ਨਾ ਅਮੀਰ ਦੇਖਦਾ ਤੇ ਨਾ ਗਰੀਬ ਦੇਖਦਾ, ਉਹ ਤਾਂ ਇੱਕੋ ਹੀ ਗੱਲ। ਰਾਜਾ ਪਰਜਾ ਸੰਕਰ ਮਾਰੇ ਐਸੋ ਕਾਲ, ਹਰ ਕੇ ਸੇਵਕ ਜੋ ਹਰ ਪਾਏ। ਹਾਂ ਇੱਥੇ ਗੱਲ ਜ਼ਰੂਰ ਹੈ, ਕਹਿੰਦੇ ਮੌਤ ਆਉਣੀ ਜ਼ਰੂਰ ਹੈ, ਪਰ ਕਈਆਂ ਨੂੰ ਸੌਖੀ ਆ ਜਾਂਦੀ ਹੈ। ਕਿੰਨਾਂ ਨੂੰ? ਹਰ ਕੇ ਸੇਵਕ ਜੋ ਹਰ ਪਾਏ, ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਰੱਬ ਰੱਬ ਕਰਨ ਵਾਲੇ ਨੇ। ਤੇ ਨਿੱਕੀ ਕਥਾ ਨਰਾਲੀ ਦੇ ਉਹਨਾਂ ਦੀ ਗੱਲ ਵੱਖਰੀ ਹੈ। ਕਿਉਂ? ਕਿਉਂਕਿ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਫਸਦੇ। ਗੁਰਬਾਣੀ ਵਿੱਚ 84 ਲੱਖ ਦਿਨਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਕਈ ਵਾਰ ਬੰਦੇ ਨੇ ਇਸ ਗੱਲ ਤੋਂ ਮੁਨਕਰ ਹੋ ਜਾਂਦੇ ਆ, ਉਹ ਕਹਿੰਦੇ ਜੀ 84 ਲੱਖ ਦਿਨਾਂ ਕੀ ਹੁੰਦੀਆਂ ਨੇ? ਕੋਈ ਕਿਸੇ ਨੇ ਕਿਹਨੇ ਦੇਖਿਆ ਜੀ ਆਹ ਜੱਗ ਮਿੱਠਾ, ਅੱਗੇ ਕਿਹਨੇ ਡਿੱਠਾ, ਇਦਾਂ ਹੀ ਕਹਿੰਦੇ ਆ ਨਾ ਜ਼ਿਆਦਾ ਲੋਕ। ਪਰ ਗੁਰਬਾਣੀ ਕਹਿੰਦੀ ਹੈ 84 ਲੱਖ ਜੂਨ ਅਪਾਈ, ਰਿਜ਼ਕ ਦਿਆ ਸਭ ਹੁਣ ਕੋ ਤਦਕਾ, ਬਾਹੋ ਬਾਹੋ ਦਾ ਵੱਡਾ ਤਮਾਸ਼ਾ, ਆਪੇ ਹੱਸੈ ਆਪੇ ਜਿਤਵੈ, ਆਪੇ ਚੰਦ ਸੂਰ ਪ੍ਰਕਾਸ਼ਾ। ਗੁਰਬਾਣੀ ਸਮਝਾ ਰਹੀ ਹੈ ਕਿ ਭਾਈ 84 ਲੱਖ ਜੂਨਾਂ ਪੈਦਾ ਕੀਤੀਆਂ। ਇੱਕ ਪੰਕਤੀ ਹੋਰ ਵੀ ਹੁੰਦੀ ਹੈ 84 ਲੱਖ ਜੂਨ ਅਪਾਈ ਮਾਨਸ ਕੋ ਪ੍ਰਭ, ਇਸ ਪੌੜੀ ਤੇ ਜੋ ਨਰ ਚੁੱਕੈ ਆਏ ਜਾਏ।
ਮਾਰੇ ਕਹਿੰਦੇ 84 ਲੱਖ ਜੂਨਾਂ ਪੈਦਾ ਕਰਕੇ ਸਭ ਤੋਂ ਸਰਦਾਰ ਮਨੁੱਖਾ ਜੂਨ ਮਿਲੀ ਹੈ, ਜਿਹੜੀ ਪਾਵਨ ਗੁਰਬਾਣੀ ਵਿੱਚ ਰੋਜ਼ਾਨਾ ਤੁਸੀਂ ਪੜ੍ਹਦੇ ਹੋ ਸੁਣਦੇ ਹੋ ਨਾ, ਭਈ ਪ੍ਰਾਪਤ ਮਾਨੁਖ ਦੇ ਪੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਹਿੰਦੇ ਬਈ ਮਨੁੱਖਾ ਦੇ ਹੀ ਬੜੀ ਕੀਮਤੀ ਪ੍ਰਾਪਤ ਹੋਈ ਹੈ, ਇਹਦੇ ਤੋਂ ਲਾਹਾ ਲੈ ਲਾ, ਕਿਉਂਕਿ ਬੀਤ ਜਾ ਹੈ ਜਨਮ ਅਕਾਜਰੇ, ਆ ਤੇਰਾ ਜਨਮ ਰੋਜ਼ ਬੀਤਦਾ ਜਾਂਦਾ, ਅਕਾਜ ਤੋਂ ਭਾਵ ਬੇਅਰਥ ਬੀਤਦਾ ਜਾਂਦਾ ਹੈ। ਕਿਵੇਂ ਬੀਤਦਾ ਜਾਂਦਾ ਹੈ? ਕਬੀਰ ਸਾਹਿਬ ਜੀ ਇੱਕ ਹੋਰ ਪੰਕਤੀਆਂ ਲੈ ਲਓ, ਕਹਿਣ ਲੱਗੇ ਦਿਲ ਤੇ ਪਹਿਰ ਤੇ ਘੜੀਆਂ ਆਪ ਘਟੈ ਤਨ ਸੀਜੈ, ਆਪਣੀ ਉਮਰ ਸੀਜੈ ਮਤਲਬ ਕਮਜ਼ੋਰ ਤਨ ਮੈਨੇ ਸਰੀਰ। ਕਹਿੰਦੇ ਭਲਿਆ ਪੁਰਖਾ ਆਪ ਘਟੈ ਤਨ ਸੀਜੈ, ਤੇਰਾ ਸਰੀਰ ਜਿਹੜਾ ਤੇਰੀ ਉਮਰ ਜਿਹੜੀ ਹੈ ਇਹ ਕੀ ਹੋ ਰਿਹਾ, ਰੋਜ਼ ਤੇਰੀ ਉਮਰ ਘਟਦੀ ਜਾਂਦੀ ਹੈ ਤੇ ਤੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ। ਆਪ ਘਟੈ ਤਨ ਸੀਜੈ, ਪਹਿਲਾ ਵਚਨ ਸੁਣ ਲਿਓ ਗੱਲ ਧਿਆਨ ਨਾਲ, ਦਿਨ ਕਰਕੇ ਪਹਿਰ ਕਰਕੇ ਘੜੀ ਕਰਕੇ ਕਿੰਨਾ ਘਟਦਾ ਜਾਂਦਾ ਹੈ। ਜੇ ਤੂੰ ਅੱਜ 20 ਸਾਲ ਦਾ ਹੋ ਗਿਆ ਤਾਂ ਸਮਝ ਲੈ ਤੇਰੇ 20 ਸਾਲ ਜ਼ਿੰਦਗੀ ਦੇ ਘਟ ਗਏ। ਜਿਵੇਂ ਬਚਨ ਹੁੰਦਾ ਨਾ, ਅੱਗਾ ਨੇੜਾ ਆਇਆ ਪਿੱਛਾ ਰਹਿਆ ਦੂਰ, ਅੱਗਾ ਨੇੜਾ ਆ ਗਿਆ, ਅੱਗਾ ਨੇੜਾ ਕਿੰਨਾ ਕੁ ਖੜਾ, ਸੁਣਿਓ ਅੱਗਾ ਨੇੜਾ ਕਿੰਨਾ ਕੁ ਖੜਾ, ਮਾਰੇ ਕਹਿੰਦੇ ਅੱਗਾ ਨੇੜਾ ਇੰਨਾ ਕੁ ਖੜਾ, ਹਰ ਜਪਦਿਆਂ ਖੈਣ ਢਲਣਾ ਕੀਜਈ ਮੇਰੀ ਜਿੰਦੜੀਏ। ਬਾਬਾ ਜੀ ਦਾ ਬਚਨ ਆਇਆ ਸੀ ਨਾ, ਅੱਗਾ ਨੇੜਾ ਆਇਆ, ਕਹਿੰਦੇ ਵੀ ਅੱਗਾ ਨੇੜਾ ਕਿੰਨਾ ਕਾ, ਕੋਈ ਕਹਿੰਦਾ ਮੇਰਾ 10 ਸਾਲ ਪਏ ਆ ਹਜੇ, ਮੇਰੇ 20 ਸਾਲ ਪਏ ਆ, ਮੇਰਾ 50 ਸਾਲ ਪਏ ਨੇ, ਤੇ ਪਾਤਸ਼ਾਹ ਕਹਿੰਦੇ ਤੇਰਾ ਇੰਨਾ ਪਤਾ ਵੀ ਅੱਗਾ ਕਿੰਨਾ ਕੁ ਨੇੜਾ ਆ ਗਿਆ। ਅਸੀਂ ਕੀ ਇਹ 10 ਦਿਨ ਦਾ ਨੇੜਾ ਭਾਈ, ਨਾ 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 ਨਾ, ਮਹਾਰਾਜ ਨੇ ਤੇ ਬੜੇ ਛੋਟੀ ਗੱਲ ਚ ਨਵੇੜਤਾ, ਕਹਿੰਦੇ ਹਰ ਜਪਦਿਆਂ ਖਿਨ ਢਲਣਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸੋ ਆਵੈ ਕਨਾ ਆਵੈ ਰਾਮ। ਕਹਿੰਦੇ ਤੇਰਾ ਅੱਗਾ ਨੇੜਾ ਇੰਨਾ ਕ ਆ ਗਿਆ, ਪਤਾ ਨਹੀਂ ਅਗਲਾ ਸਾਹ ਨਿਕਲਦਾ ਹੁਕਮ ਹੋਣਾ ਕਿ ਨਹੀਂ। ਇਹ ਜੰਗ ਦਾ ਕੀ ਪ੍ਰਭਾਸਾ, ਜਿਉਂ ਪਾਣੀ ਵਿੱਚ ਪਤਾਸਾ, ਅੱਗ ਦਾ ਮਹਿਲ ਹਵਾ ਦੀਆਂ ਨਦੀਆਂ, ਨਾ ਇਹ ਤੋਲਾ ਨਾ ਇਹ ਮਾਸਾ, ਦੁਨੀਆ ਬਣੀਆਂ ਖੇਡ ਤਮਾਸਾ, ਇੱਕ ਦਰ ਰੋਣਾ ਇੱਕ ਦਰ ਹਾਸਾ, ਕੋਈ ਆ ਜਾਂਦਾ ਕੋਈ ਤੁਰ ਜਾਂਦਾ, ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ, ਕੋਈ ਕੰਡਿਆਂ ਨਾਲ ਨਿਭਾ ਜਾਂਦਾ। ਇਹ ਤੇ ਦੁਨੀਆ ਦਾ ਐਸਾ ਚੱਕਰ ਬਣ ਗਿਆ। ਤੇ ਕਹਿਣ ਲੱਗੇ ਤੂੰ ਰੋਜ਼ ਘਟਦਾ ਜਾਣਾ। ਅਸੀਂ ਨਾ ਕਈ ਵਾਰੀ ਭੁਲੇਖੇ 'ਚ ਪੈ ਜਾਂਦੇ ਕਿ ਮੈਂ ਬਹੁਤ ਵੱਡਾ ਹੋ ਗਿਆ। ਤੇ ਗੁਰਬਾਣੀ ਵਿੱਚ ਇੱਕ ਸ਼ਬਦ ਹੋਰ ਕਿਹਾ ਕਬੀਰ ਸਾਹਿਬ ਨੇ, ਮੈਂ ਗੁਰਬਾਣੀ ਤੋਂ ਬਾਹਰ ਨੂੰ ਜਾਵਾਂਗਾ, ਤੁਹਾਨੂੰ ਆਪਾਂ ਨੂੰ ਸਮਝ ਆ ਜਾਏਗਾ ਸਾਨੂੰ ਗੁਰਬਾਣੀ ਕਹਿ ਕੀ ਰਹੀ ਹੈ। ਪਾਤਸ਼ਾਹ ਕਹਿੰਦੇ ਜਨਨੀ ਜਾਣਤ ਸੁੱਤ ਵੱਡਾ ਹੋ ਗਿਆ, ਸੁੱਤ ਮੀਨ ਪੁੱਤਰ। ਕਹਿੰਦੇ ਮਾਂ ਕਹਿੰਦੀ ਹੈ ਮੇਰਾ ਪੁੱਤ ਵੱਡਾ ਹੋ ਹੀ ਜਾਂਦਾ ਹੈ। ਜਨਨੀ ਜਾਣ ਸੁੱਤ ਵੱਡਾ ਹੋ ਹੈ, ਇਤਨਾ ਕਣਾ ਜਾਣਨਾ ਜੇ ਦਿਨ ਦਿਨ ਅਬਦ ਘਟ ਹੈ। ਕਹਿੰਦੇ ਮਾਂ ਨੂੰ ਪਤਾ ਨਹੀਂ ਕਿ ਮੇਰਾ ਪੁੱਤਰ ਵੱਡਾ ਹੁੰਦਾ ਜਾਂਦਾ ਕਿ ਛੋਟਾ ਹੁੰਦਾ ਜਾਂਦਾ ਹੈ। ਆਪੋ ਸਤਨਾਮ। ਕਿਉਂ ਜੀ, ਜੇ ਅੱਜ ਮੇਰਾ ਪੁੱਤਰ ਮਾਂ 10 ਸਾਲ ਦਾ ਹੋ ਗਿਆ ਤੇ ਸਮਝ ਵੀ 10 ਸਾਲ ਛੋਟਾ ਹੋ ਗਿਆ, 10 ਸਾਲ ਉਹਦੀ ਜ਼ਿੰਦਗੀ ਦੇ ਘੱਟ ਗਏ। ਅੱਜ ਜੇ ਬੱਚਾ ਕੋਈ 10 ਦਿਨਾਂ ਦਾ ਹੋ ਗਿਆ ਤਾਂ ਉਹਦੀ ਜ਼ਿੰਦਗੀ ਦੇ 10 ਦਿਨ ਘਟ ਗਏ ਨੇ। ਕਬੀਰ ਸਾਹਿਬ ਨੇ ਕਿਹਾ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕਣਾ ਜਾਣੈ ਜੇ ਦਿਨ ਦਿਨ ਅਵਧ ਘਟ ਹੈ। ਮੋਰ ਮੋਰ ਕਰ ਅਧਿਕ ਲਾੜ ਧਰ, ਵੇਖਤ ਹੀ ਜਮਲਾਓ ਹੱਸੈ। ਕਹਿੰਦੇ ਸਿਰ ਤੇ ਖੜਾ ਜਮ ਹੱਸਦਾ ਕਿ ਮਾਂ ਨੂੰ ਪਤਾ ਹੀ ਨਹੀਂ ਲੱਗਾ ਤੇਰਾ ਪੁੱਤ ਵੱਡਾ ਹੋਈ ਜਾਂਦਾ ਕਿ ਛੋਟਾ ਹੋਈ ਜਾਂਦਾ ਹੈ। ਆਪੋ ਸਤਨਾਮ। ਕਿਤਾ ਦੇਖੋ ਜ਼ਿੰਦਗੀ ਘਟ ਰਹੀ ਹੈ। ਤਾਂ ਕਰਕੇ ਇਹ ਬਚਨ ਕਿਹਾ ਆਪ ਘਟੈ ਉਹ ਭਲਿਆ, ਤੇਰੀ ਰੋਜ਼ ਉਮਰ ਘਟਦੀ ਜਾਂਦੀ ਹੈ ਤੇ ਸਰੀਰ ਤੇਰਾ ਕਮਜ਼ੋਰ ਹੁੰਦਾ ਜਾਂਦਾ ਹੈ। ਕਾਲ ਅਹੇਰੀ ਫਿਰਾ ਬਦਕ ਜਾਂ ਕਹੋ ਕਵਨ ਵਿਦ ਕੀਜੈ। ਉੱਪਰੋਂ ਕਾਲ ਕਿਹੜੇ ਮਾਰਦਾ ਫਿਰਦਾ ਹੈ, ਰੋਜ਼ ਕਾਲ ਉੱਪਰ ਹੱਸਦਾ ਫਿਰਦਾ ਹੈ ਕਿ ਤੂੰ ਕਾਲ ਤੋਂ ਬਚਣ ਵਾਸਤੇ ਕੀ ਯਤਨ ਕਰੇਗਾ। ਇੱਕ ਨਾ ਇੱਕ ਦਿਨ ਕਾਲ ਨੇ ਤੈਨੂੰ ਪਕੜ ਲੈਣਾ। ਜਦੋਂ ਕਾਲ ਨੇ ਪਕੜਿਆ, ਕਾਲ ਦੀ ਹਨੇਰੀ ਆਈ, ਇੱਥੇ ਰੱਖੀ ਤੂੰ ਇੱਥੇ ਨਹੀਂ ਰਹਿਣਾ, ਇੱਥੇ ਨਹੀਂ ਦੇ ਰਹਿਣਾ। ਤੇ ਜਿੰਨੇ ਮਰਜ਼ੀ ਯਤਨ ਕਰ ਲੈਣ ਤੇਰੇ ਘਰ ਦੇ ਕਿਸੇ ਹਸਪੀਟਲ ਕਿੱਤੀ ਫਿਰਨ, ਤੂੰ ਮੁੜ ਕੇ ਨਹੀਂ ਆਉਣਾ। ਮਹਾਤਮਾ ਬੁੱਧ ਜੀ ਕੋਲ ਨੇ ਕਮਾਈ ਆ ਗਈ। ਮਹਾਤਮਾ ਬੁੱਧ ਜੀ ਕੋਲ ਕਮਾਈ ਆਈ, ਉਸ ਮਾਈ ਦਾ ਪੁੱਤਰ ਚੜਾਈ ਕਰ ਗਿਆ। ਕਹਿਣ ਲੱਗੀ ਬਾਬਾ ਜੀ ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ, ਮੈਂ ਬਹੁਤ ਦੁਖੀ ਹਾਂ, ਇਹਦੇ ਬਿਨਾਂ ਕੋਈ ਸਹਾਰਾ ਨਹੀਂ ਹੈ। ਜਦੋਂ ਸਾਧ ਸੰਗਤ ਜੀ ਉਹ ਮਹਾਤਮਾ ਬੁੱਧ ਜੀ ਗੁਰਮੁਖ ਪਿਆਰਿਓ ਕਹਿਣ ਲੱਗੇ ਕਿ ਭਈਏ ਇੱਕ ਵਾਰੀ ਗਏ ਮੁੜ ਕੇ ਨਹੀਂ ਆਉਂਦੇ, ਰੁੱਤਾਂ ਮੁੜ ਕੇ ਆ ਜਾਂਦੀਆਂ ਨਹੀਂ, ਕਦੇ ਬਸੰਤ ਆ ਜਾਏਗੀ, ਕਦੇ ਪਤਝੜ ਆ ਜਾਏਗੀ, ਕਦੇ ਸਰਦ ਗਰਮ ਆ ਜਾਏਗੀ, ਪਰ ਜਿਹੜੇ ਸੱਜਣ ਇੱਕ ਵਾਰੀ ਚਲੇ ਗਏ ਉਹ ਕਦੀ ਮੁੜ ਕੇ ਨਹੀਂ ਗਿਆ। ਆਖੋ ਸਤਨਾਮ। ਉਹ ਮਹਾਤਮਾ ਬੁੱਧ ਜੀ ਕਹਿਣ ਲੱਗੇ ਭਈਏ ਤਾਂ ਕੋਈ ਆਉਂਦਾ ਹੁੰਦਾ,
ਕਹਿਣ ਲੱਗੀ ਨਹੀਂ ਮੈਂ ਬਹੁਤ ਦੁਖੀ ਹਾਂ, ਮੇਰੇ ਪੁੱਤਰ ਨੂੰ ਜਿਉਂਦਾ ਕਰ ਦਿਓ। ਕਹਿਣ ਲੱਗੇ ਚੰਗਾ ਇੱਕ ਕੰਮ ਕਰ, ਇੱਕ ਮੁੱਕ ਚੌਲਾਂ ਦਾ ਲੈ ਕੇ ਆ ਪਿੰਡ ਵਿੱਚੋਂ ਜਾ ਕੇ, ਮੈਨੂੰ ਚੌਲਾਂ ਦਾ ਮੁੱਕ ਲਿਆ ਦੇ, ਮੈਂ ਤੇਰਾ ਪੁੱਤਰ ਜਿਉਂਦਾ ਕਰ ਦਾਂ। ਉਹ ਕਹਿਣ ਲੱਗੀ ਵੀ ਇਹ ਕਿੱਡਾ ਕੰਮ ਔਖਾ, ਸੌਖਾ ਹੀ ਕੰਮ ਆ, ਚੌਲ ਤੇ ਲੈ ਆਵਾਂਗੀ। ਜਦੋਂ ਪਿੰਡ ਵਿੱਚ ਜਾਣ ਲੱਗੀ ਮਹਾਤਮਾ ਬੁੱਧ ਜੀ ਕਹਿਣ ਲੱਗੇ ਭਈਏ ਚੌਲ ਮੈਨੂੰ ਉਸ ਘਰੋਂ ਲਿਆ ਕੇ ਦੇ ਜਿਹੜੇ ਘਰ ਵਿੱਚੋਂ ਅੱਜ ਤੱਕ ਕੋਈ ਅਰਥੀ ਨਾ ਉੱਠੀ ਹੋਵੇ। ਆਖੋ ਸਤਨਾਮ ਜਿਹੜੇ ਘਰ ਦਾ ਪ੍ਰਾਣੀ ਕੋਈ ਚੜਾਈ ਨਾ ਕਦੇ ਕੀਤਾ ਹੋਵੇ। ਇੱਕ ਘਰ ਜਾਂਦੀ ਹੈ ਮੁੱਕ ਚੌਲਾਂ ਦਾ ਦੇ ਲੈ ਜਾ, ਪਰ ਤੁਹਾਡੇ ਘਰੋਂ ਕੋਈ ਪ੍ਰਾਣੀ ਚੜਾਈ ਤਾਂ ਨਹੀਂ ਕੀਤਾ। ਉਹ ਕਹਿਣ ਲੱਗੇ ਜੀ ਚੜਾਈ ਤਾਂ ਬਹੁਤ, ਚੌਲ ਜਿੰਨੇ ਮਰਜ਼ੀ ਲੈ ਜਾ ਪਰ ਚੜਾਈ ਤਾਂ ਬਹੁਤ ਕੀਤੀ। ਇੱਥੇ ਕੋਈ ਹੈ ਕਿੰਨੇ, ਕਿਸ ਦਾ ਦਾਦਾ ਗਿਆ, ਕਿਸ ਦਾ ਬਾਪ ਗਿਆ, ਕਿਸ ਦੀ ਮਾਂ ਗਈ, ਪਤਾ ਨਹੀਂ ਕਿੰਨੇ ਗਏ। ਸਾਰਾ ਪਿੰਡ ਤੋਂ ਫਿਰ ਕੇ ਫਿਰ ਫੇਰਾ ਪਾ ਦਿੱਤਾ, ਪਰ ਐਸਾ ਘਰ ਕੋਈ ਨਾ ਮਿਲਿਆ। ਮਹਾਤਮਾ ਬੁੱਧ ਜੀ ਕੋਲ ਆ ਗਏ, ਕਹਿਣ ਲੱਗੇ ਭਈਏ ਲਿਆ ਚੌਲਾਂ ਦਾ ਮੁੱਕ, ਮੇਰਾ ਪੁੱਤਰ ਜਿਉਂਦਾ ਕਰ ਦਈਏ। ਕਹਿਣ ਲੱਗੀ ਬਾਬਾ ਜੀ ਮੈਨੂੰ ਲੋੜ ਨਹੀਂ ਹੈ ਪੁੱਤਰ ਜਿਉਂਦੇ ਹੋ। ਕਿਉਂ? ਮੈਂ ਤਾਂ ਜਿਹੜੇ ਘਰ ਵੀ ਗਈ ਮੈਨੂੰ ਤੇ ਉੱਥੇ ਕੋਈ ਐਸਾ ਘਰ ਮਿਲੇ ਨਹੀਂ ਜਿਹਦਾ ਕੋਈ ਨਾਂ ਗਿਆ ਹੋਵੇ। ਇਹ ਤਾਂ ਹੈ ਹੀ ਹੈ ਸੰਸਾਰ। ਓਏ ਨਾ ਸਾਰਾ ਜੱਗ ਚੱਲਣਾ सरदार जो मालिक ने सानू बख्शी हुई तो 83,99,999 युद्धां भोगण तो बाद ना ये मनुखा जेही दी प्राप्ति हुंदी है। विद्वानां दे कथन ने 83 दा गेड़ा कढण लग्या 7.5 अरब साल दा टाइम लगदा, 7.5 करोड़ साल दा टाइम लगदा है 83 दा गेड़ा कढण वास्ते। ते जिहदे विचों 83,99,999 युद्धां ਜਿਹੜੀਆਂ ਅਸੀਂ ਭੋਗੀਆਂ ਕਿਵੇਂ ਭੋਗੀਆਂ वो भी कुर्बानी मरती है। पापा कहते कई जन्म पैनी तो सतंगा, कई जन्म जमीन पनका, कई जन्म पंथी सर्प होयो, कई जन्म हैबर में खजोयो। मैं जगदीश मिलने की बढ़िया जन्म काल ये सजरिया फिर जाके उसे भूखा देगी प्राप्ति। इतने समय बाद कि ये शरीर रहने वाला नहीं है। एक मत देखे रही है कि मेरे शरीर को कुछ नहीं होना।
ਆਉਣਾ। ਗੁਰਬਾਣੀ ਵਿੱਚ ਗੁਰਮੁਖੋ ਬੜੀਆਂ ਉਦਾਹਰਨਾਂ, ਇੱਕ ਸਵਾਲ ਕਰਨਾ ਹੋਵੇ ਨਾ ਮੈਥ ਦਾ ਜੋ ਟੀਚਰ ਸਵਾਲ ਕਰਾਉਂਦਾ ਹੈ ਉਹ ਉਦਾਹਰਨਾਂ ਦਿੰਦਾ ਹੈ, ਐਗਜ਼ਾਮਪਲ ਦਿੰਦਾ ਹੈ, ਇਸ ਤਰੀਕੇ ਨਾਲ ਕੱਢੋ, ਇਸ ਤਰੀਕੇ ਨਾਲ ਕੱਢੋ। ਤੇ ਗੁਰਬਾਣੀ ਨੇ ਵੀ ਸਾਨੂੰ ਬੜੇ ਤਰੀਕੇ ਦੱਸੇ। ਮੈਂ ਆਪਣੀ ਇੱਕ ਦੋ ਐਗਜ਼ਾਮਪਲ ਦੇਵਾਂ। ਸਤਿਗੁਰੂ ਕਹਿੰਦੇ ਬੰਦਿਆ ਤੇਰੀ ਮਿਆਦ ਪਤਾ ਕਿੰਨੀ ਹੈ। ਪਹਿਲਾ ਬਚਨ ਕਹਿੰਦੇ ਨੇ ਫਰੀਦਾ ਕੋਠੇ ਭੁੱਕਣ ਖੇਤੜਾ ਫਿਰ ਨੀਂਦੜੀ ਨਵਾਰ ਜੋ ਦੇਹ ਅੱਧੇ ਕਾਣਵੇ ਗਏ ਪਲਾੜ। ਕਹਿੰਦੇ ਬੰਦਿਆ ਤੇਰੀ ਮਿਆਦ ਤਾਂ ਇੰਨੀ ਹੈ ਜਿਵੇਂ ਕੋਠੇ ਤੇ ਕੋਈ ਬੰਦਾ ਸੁੱਤਾ ਪਿਆ ਹੋਵੇ। ਗਰਮੀਆਂ 'ਚ ਸੁਣਿਆ ਨਾ ਆਪਾਂ, ਕੋਠੇ ਤੇ ਕੋਈ ਬੰਦਾ ਸੁੱਤਾ ਪਿਆ ਹੋਵੇ, ਅੱਖਾਂ ਵਿੱਚ ਨੀਂਦ ਹੋਵੇ, ਉੱਠ ਕੇ ਤੁਰ ਪਏ, ਭੁਲੇਖੇ ਦੇ ਨਾਲ ਤੁਰਿਆ ਜਾਂਦਾ ਕੋਠੇ ਦੀ ਛੱਤ ਨੇ ਮੁੱਕ ਜਾਣਾ ਤੇ ਬੰਦੇ ਨੇ ਡਿੱਗ ਪੈਣਾ। ਇਹੀ ਹੋਣਾ ਨਾ ਜੀ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਬੰਦਿਆ ਤੂੰ ਐ, ਤੂੰ ਅਗਿਆਨਤਾ ਦੀ ਨੀਂਦ ਵਿੱਚ ਸ਼ਾਹਾਂ ਦੀ ਸੱਤ ਤੇ ਸੁੱਤਾ ਪਿਆ, ਇੱਕ ਨਾ ਇੱਕ ਦਿਨ ਸ਼ਾਹਾਂ ਦੀ ਸੱਤ ਨੇ ਮੁੱਕ ਜਾਣਾ ਤੇ ਤੂੰ ਵੀ ਡਿੱਗ ਪੈਣਾ। ਬਸ ਤੇਰਾ ਤਾਂ ਮਿਆਦ ਕਿੰਨੀਆਂ ਕੋਠੇ ਤੇ ਸੁੱਤੇ ਬੰਦੇ ਵਾਲਾ ਹਾਲ ਹੈ। ਦੂਜੀ ਉਦਾਹਰਨ ਇੱਕ ਹੋਰ ਦਿੰਦੇ ਨੇ ਪਾਤਸ਼ਾਹ, ਕਹਿੰਦੇ ਫਰੀਦਾ ਨਦੀ ਕਿਨਾਰਾ ਰੁਖੜਾ ਖਿਚਰਕ ਬੰਨਾ ਢੀਲ। ਦੂਜੀ ਉਦਾਹਰਨ ਕੀ ਦਿੱਤੀ, ਕਹਿੰਦੇ ਨਦੀ ਦੇ ਕਿਨਾਰੇ ਤੇ ਕੋਈ ਰੁੱਖ ਉੱਗਿਆ ਪਵੇ, ਨਹਿਰ ਦੇ ਕਿਨਾਰੇ ਤੇ ਕਹਿ ਲੋ, ਕੱਸੀ ਸੂਆ ਜਿੱਥੋਂ ਵੀ ਵਗਦੇ ਨੇ ਉੱਥੇ ਕੋਈ ਕਿਨਾਰੇ ਤੇ ਕਹਿੰਦੇ ਰੁੱਖ ਉੱਗਿਆ, ਉਹ ਬਹੁਤਾ ਚਿਰ ਸਲਾਮਤੀ ਨਹੀਂ ਰੱਖ ਸਕਦਾ। ਕਿਉਂ? ਕਿਉਂਕਿ ਪਾਣੀ ਦਾ ਵਹਾਅ ਨਾਲ ਦੀ ਬਹਿੰਦਾ ਉਹਦੀਆਂ ਜੜਾਂ ਖੋਖਲੀਆਂ ਕਰ ਗਿਆ, ਮਿੱਟੀ ਖੋਲ ਕੇ ਲੈ ਗਿਆ, ਦਰਖਤ ਰਹਿ ਗਿਆ ਖਾਲੀ। ਇੱਕ ਦਿਨ ਤੇਜ਼ ਹਨੇਰੀ ਆਈ, ਤੇਜ਼ ਹਨੇਰੀ ਦੇ ਵਿੱਚ ਜਦੋਂ ਦਰਖਤ ਟੁੱਟਦੇ ਨੇ ਤੇ ਸਭ ਤੋਂ ਪਹਿਲਾਂ ਉਸ ਰੁੱਖ ਦੀ ਬਾਣੀ ਬਣਦੀ। ਅਸੀਂ ਹੋਇਆ ਨਾ ਮਾਰੇ ਕਹਿੰਦੇ ਨਦੀ ਕਿਨਾਰਾ ਰੁੱਖੜਾ ਕਿਤਰਕ ਬੰਨਾ ਹੈ। ਕਹਿੰਦੇ ਨਦੀ ਦੇ ਕਿਨਾਰੇ ਤੇ ਉੱਗਿਆ ਹੋਇਆ ਰੁੱਖ ਬਹੁਤੇ ਚਿਰ ਦੀ ਸਲਾਮਤੀ ਨਹੀਂ ਰੱਖ ਸਕਦਾ। ਸੁਣ ਲਓ ਬਚਨ। ਕਿਉਂ? ਇੱਕ ਦਿਨ ਤੇਜ਼ ਹਨੇਰੀ ਨੇ ਆਉਣਾ ਤੇ ਰੁੱਖ ਨੇ ਡਿੱਗ ਪੈਣਾ। ਤੇ ਇਸੇ ਤਰ੍ਹਾਂ ਕਹਿੰਦੇ ਬੰਦਿਆ ਤੇਰੀ ਜ਼ਿੰਦਗੀ ਹੈ। ਸੁਣ ਲਿਓ ਗੱਲ, ਬੰਦਿਆ ਤੇਰੀ ਜ਼ਿੰਦਗੀ ਹੈ ਕਿਵੇਂ? ਤੇਰਾ ਵੀ ਨਦੀ ਦੇ ਕਿਨਾਰੇ ਤੇ ਉੱਗੇ ਹੋਏ ਰੁੱਖ ਵਾਲਾ ਹਾਲ ਹੈ। 24,000 ਸਵਾਸ ਰੋਜ਼ ਖੁਰ ਜਾਂਦੇ ਨੇ ਕੋਲ ਦੀ, ਤੇ ਇਹ ਦੇਖੀ ਤੇਰੀਆਂ ਜੜਾਂ ਨੰਗੀਆਂ ਹੋਈ ਜਾਂਦੀਆਂ ਨੇ। ਇੱਕ ਨਾ ਇੱਕ ਦਿਨ ਕਾਲ ਦੀ ਹਨੇਰੀ ਆਊਗੀ ਤੈਨੂੰ ਵੀ ਸੁੱਟ ਕੇ ਤੁਰ ਜੂਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਗਲਾ ਬਚਨ ਕੀ ਤੀਸਰੀ ਉਦਾਹਰਨ ਕੀ ਦਿੱਤੀ ਨਾਲ ਹੀ, ਫਰੀਦਾ ਕੱਚੇ ਭਾਂਡੇ ਰੱਖੀ ਹੈ ਕਿਚਰ ਪਾਣੀ ਢੀਲ। ਕਹਿੰਦੇ ਵੀ ਕੱਚੇ ਭਾਂਡੇ ਵਿੱਚ ਕਿੰਨਾ ਚਿਰ ਪਾਣੀ ਰੱਖ ਸਕਦੇ ਹੋ? ਕੱਚਾ ਹਾਂਡੀ ਕਹਿ ਲੋ, ਘੜਾ ਕਹਿ ਲੋ, ਉਹਦੇ ਵਿੱਚੋਂ ਪਾਣੀ ਸਿਮ ਜਾਣਾ। ਕਹਿੰਦੇ ਤੇਰਾ ਸਰੀਰ ਵੀ ਬੰਦਿਆ ਕੱਚੇ ਘੜੇ ਵਾਲਾ ਹਾਲ ਹੈ। ਰੋਜ਼ 24,000 ਸਵਾਸ ਸਿਮ ਜਾਂਦੇ ਨੇ, ਇੱਕ ਨਾ ਇੱਕ ਦਿਨ ਇਹਨੇ ਵੀ ਟੁੱਟ ਜਾਣਾ। ਬੜੀਆਂ ਉਦਾਹਰਨਾਂ ਗੁਰਬਾਣੀ ਵਿੱਚ ਸਾਨੂੰ ਦਿੱਤੀਆਂ। ਉਦਾਹਰਨਾਂ ਦਿੰਦਿਆਂ ਭਗਤ ਰਵਿਦਾਸ ਜੀ ਨੇ ਤੇ ਇੱਥੋਂ ਤੱਕ ਕਹਿੰਦਾ ਜਿਹੜਾ ਸਰੀਰ ਦਾ ਬੰਦਿਆ ਤੂੰ ਮਾਣ ਕਰਦਾ ਹੈ ਨਾ, ਜਲ ਕੀ ਭੀਤ ਪਵਨ ਕਾ ਖੰਭਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ। ਕਹਿੰਦੇ ਬੰਦਿਆ ਕਾਹਦਾ ਮਾਣ ਕਰਦਾ ਹੈ? ਆ ਘਰ ਨੂੰ ਬਣਾਉਣ ਲੱਗਿਆ ਇੱਟਾਂ ਦੀ ਚਨਾਈ ਕੀਤੀ ਹੈ, ਗਾਰੇ ਵਿੱਚ ਇੱਟਾਂ ਚਿਣ ਦਿੱਤੀਆਂ। ਕਹਿੰਦੇ ਇਸੇ ਤਰ੍ਹਾਂ ਰੱਬ ਨੇ ਤੇਰਾ ਸਰੀਰ ਬਣਾਉਣ ਲੱਗਿਆ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਸੂਰਤ ਮੂਰਤ ਹੁਕਮ ਅਪਾਰਾ, ਮਾਤਾ ਪਿਤਾ ਦਾ ਸੁਮੇਲ ਇਕੱਠਾ ਹੋਇਆ ਤੇ ਮਾਰੇ ਕਹਿੰਦੇ ਮਾਲਕ ਦੇ ਹੁਕਮ ਨਾਲ ਤੇਰੇ ਸਰੀਰ ਦੀ ਘਾਟ ਘੜੀ ਗਈ। ਰੱਬ ਨੇ ਹੱਡਾਂ ਦੀਆਂ ਇੱਟਾਂ ਚੰਮ ਦੇ ਗਾਰੇ ਵਿੱਚ ਲਿਖੇ ਤੈਨੂੰ ਤਿਆਰ ਕਰ ਦਿੱਤਾ। ਸਤਨਾਮ ਸ੍ਰੀ ਵਾਹਿਗੁਰੂ। ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਪ੍ਰਾਨੀ ਕਿਆ ਮੇਰਾ ਕਿਆ ਤੇਰਾ। ਇੱਥੇ ਮੇਰਾ ਤੇਰਾ ਕੀ ਹੈ? ਬੰਦਾ ਕਹਿੰਦਾ ਘਰ ਮੇਰਾ, ਕੋਠੀ ਮੇਰੀ, ਜ਼ਮੀਨ ਮੇਰੀ, ਜਾਇਦਾਦ ਮੇਰੀ। ਤੇ ਜਿੱਦਣ ਗੁਰਮੁਖ ਹੋ ਜਾਂਦਾ ਕੋਈ ਚੀਜ਼ ਨਾਲ ਜਾਂਦੀ ਹੈ? ਕੋਈ ਚੀਜ਼ ਨਾਲ ਨਹੀਂ ਜਾਂਦੀ। ਉਸ ਦਿਨ ਕੀ ਹੁੰਦਾ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਸੇਖ ਹੈ ਜਾਤੀ ਜਗ ਨਾ ਕੋਈ ਫਿਰ ਰਹਿਆ। ਇੱਥੇ ਸੰਸਾਰ ਤੇ ਕਿਸੇ ਨੇ ਸਦਾ ਟਿਕਿਆ ਨਹੀਂ ਰਹਿਣਾ। ਜਿਤ ਆਸਨ ਹਨ ਬੈਠੇ, ਜਿਹੜੀ ਧਰਤੀ ਦਾ ਮਾਲਕ ਤੂੰ ਬਣਿਆ ਬੈਠਾ, ਜਿਹੜੀਆਂ ਗਰਦਾਵਰੀਆਂ ਜਿਹੜੇ ਇੰਤਕਾਲ ਤੇਰੇ ਨਾਂ ਗਏ ਨਾ, ਕਿਤੇ ਬੈਸ ਗਿਆ ਪਤਾ ਨਹੀਂ ਕਿੰਨਿਆਂ ਦੇ ਨਾਂ ਨਾ ਹੋ ਕੇ ਚਲੇ ਗਏ। ਇੱਥੇ ਰਹਿਣਾ ਥੋੜਾ ਕਿਸੇ ਨੇ। ਇਹ ਸੰਸਾਰ ਸਭ ਆਵਣ ਜਾਣਾ, ਇੱਥੇ ਆਉਣ ਜਾਣ ਦੀ ਨਿਆਈ ਹੈ ਬਈ। ਇੱਥੇ ਬੜੇ ਆਏ ਨੇ ਬੜੇ ਚਲੇ ਗਏ। ਤੇ ਇਹ ਇੱਕ ਨਾ ਇੱਕ ਦਿਨ ਸਮਾਂ ਆਏਗਾ ਸਾਡਾ ਸਾਰਿਆਂ ਦਾ ਨੰਬਰ ਲੱਗਣਾ। ਗੁਰਮੁਖੋ ਨਾ ਰੱਬ ਕਾਲੀ ਦਾੜੀ ਦੇਖਦਾ, ਨਾ ਚਿੱਟੀ ਦਾੜੀ ਦੇਖਦਾ, ਨਾ ਰੱਬ ਬੁਢੇਪਾ ਦੇਖਦਾ, ਨਾ ਤੇਰਾ ਬਚਪਨ ਦੇਖਦਾ। ਜਿੱਦਣ ਗੁਰਮੁਖੋ ਦੇ ਘਰੋਂ ਸੁਨੇਹਾ ਆ ਗਿਆ, ਚਿੱਠੀ ਆ ਗਈ, ਸੱਦਾ ਆ ਗਿਆ, ਉਦੋਂ ਚੇਤੇ ਰੱਖੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਰਹੀ। ਉਦੋਂ ਕਾਲ ਨੇ ਐਸੀ ਝਪਟ ਮਾਰਨੀ ਆ, ਐਸਾ ਸਮਾਂ ਸਾਧ ਸੰਗਤ ਦੀ ਤੇਰੇ ਤੇ ਆਉਣਾ।
ਮਾਰੇ ਕਹਿੰਦੇ ਚੇਤੇ ਰੱਖੇਗਾ ਕਿ ਤੂੰ ਸਾਰੀ ਜ਼ਿੰਦਗੀ ਵਿੱਚ ਤੈਨੂੰ ਜਿਹੜਾ ਕੁਛ ਖੱਟਿਆ ਕਿਸੇ ਚੀਜ਼ ਨੇ ਨਾਲ ਨਹੀਂ ਦੇਣਾ, ਨਾ ਧਨ ਪਦਾਰਥ ਮਾਇਆ, ਇਹ ਚੀਜ਼ਾਂ ਕੁਝ ਜਾਣ ਵਾਲੀਆਂ ਨਹੀਂ ਹੈ, ਇਹ ਤੇ ਸਾਰਾ ਇੱਥੋਂ ਦਾ ਹੀ ਸਾਧ ਸੰਗਤ ਦੀ ਖਲਾਰਾ ਹੈ ਜਿੰਨਾ ਹੈ। ਉਹ ਬਚਨ ਚੱਲ ਰਿਹਾ ਸੀ ਆਪਣਾ ਕਿ ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਬੰਦਿਆ ਇੱਥੇ ਮੇਰਾ ਤੇਰਾ ਹੈ ਕੀ, ਰੱਖੋ ਕੰਧ ਉਸਾਰ ਹੋਈ, ਘਰ ਬਣਾਉਣ ਲੱਗੇ ਆ, ਕੋਠੀ ਬਣਾਉਣ ਲੱਗੇ ਆ, ਬੜੀਆਂ ਡੂੰਘੀਆਂ ਨਿਵਾਂ ਪੁੱਟ ਕੇ ਘਰ ਬਣਾਏ, ਪਰ ਨਾਲ ਕਿਹਾ 3.5 ਹੱਥ ਤੇਰੀ ਸੇਵਾ, ਕਹਿੰਦੇ ਤੇਰੀ ਤਾਂ 3.5 ਹੱਥਾਂ ਦੀ ਧਰਤੀ ਹੈ ਤੇ ਜ਼ਿੰਦਗੀ ਦੇ ਬੜੇ ਪਹਾੜ ਪਾਉਂਦਾ ਫਿਰਦਾ ਹੈ, ਬੜਾ ਕੁਝ ਕਰਦਾ ਫਿਰਦਾ ਹੈ, 3.5 ਹੱਥ ਤੇਰੀ ਸੀ, ਬੰਕੇ ਬਾਲ ਪਾਕ ਸਿਰ ਦੇਵੀ, ਸਿਰ ਤੇ ਸਾਰਿਆਂ ਨੇ ਪੱਗਾਂ ਬੰਨੀਆਂ, ਕੇਸ ਰੱਖੇ ਨੇ ਤੇ ਜੇਤੇ ਰੱਖੀ ਇੱਕ ਨਾ ਇੱਕ ਦਿਨ ਇਸੇ ਸਿਰ ਤੇ ਜਮਾ ਦਾ ਡੰਡਾ ਕੱਟਣਾ, ਬੰਕੇ ਬਾਲ ਪਾਕ ਸਿਰ ਡੇਰੀ, ਇਹ ਤਾਂ ਹੋਏ ਕੋ ਭਸਮ ਕੀ ਤੇਰੀ, ਆ ਸਰੀਰ ਨੇ ਤੇ ਹੱਡਾਂ ਦੀ ਮੁੱਠੀ ਵੱਟ ਕੇ ਉੱਡ ਜਾਣਾ ਰਾਗ ਬਣ ਕੇ। ਇੱਕ ਵਿਦਵਾਨ ਨੇ ਪੰਗਤੀਆਂ ਲਿਖੀਆਂ, ਜਦੋਂ ਸ਼ਹਿਰੀ ਲੋਕ ਜਾਂਦੇ ਨੇ ਨਾ ਉਹ ਚੀਜ਼ ਨੂੰ ਉਹ ਦਰਖਤਾਂ ਦੇ ਪੱਤੇ ਹਿਲਦਿਆਂ ਤੋਂ ਵੀ ਕੁਝ ਲਿਖ ਦਿੰਦੇ ਨੇ। ਉਹ ਸ਼ਹਿਰੀ ਕਹਿੰਦਾ ਨਾ ਮੈਂ ਸੈਰ ਕਰਨ ਵਾਸਤੇ ਨਿਕਲਿਆ ਸਵੇਰੇ ਘਰੋਂ, ਜਦੋਂ ਮੈਂ ਸੈਰ ਕਰਨ ਵਾਸਤੇ ਜਾ ਰਿਹਾ ਸਾਂ ਤਾਂ ਕੀ ਹੋਇਆ, ਰਸਤੇ ਦੇ ਵਿੱਚ ਇੱਕ ਥੋੜਾ ਖਿਆਲ ਦਿਓ, ਰਸਤੇ ਦੇ ਵਿੱਚ ਮੈਂ ਸ਼ਮਸ਼ਾਨ ਭੂਮੀ ਦੇ ਸ਼ਮਸ਼ਾਨ ਘਾਟ ਦੇ ਮੂੰਹ ਦੀ ਲੰਘਿਆ, ਕੀ ਦੇਖਿਆ, ਸ਼ਮਸ਼ਾਨ ਘਾਟ ਵਿੱਚੋਂ ਕਿਸੇ ਮੁਰਦੇ ਪ੍ਰਾਣੀ ਦੀ ਹੱਡੀ ਮੱਚੀ ਹੋਈ ਪੈਰ ਥੱਲੇ ਆ ਗਿਆ, ਮੈਂ ਲੰਘਣ ਲੱਗਿਆ ਪੈਰ ਥੱਲੇ ਆ ਗਈ, ਕਹਿੰਦਾ ਮੈਨੂੰ ਇਦਾਂ ਮਹਿਸੂਸ ਹੋਇਆ ਜਿਵੇਂ ਹੱਡੀ ਕਹਿ ਰਹੀ ਹੋਵੇ। ਉਹ ਲਿਖਦਾ ਕਹਿੰਦਾ ਇੱਕ ਦਿਨ ਸੰਸਾਰ ਇੱਕ ਦਿਨ शहर को निकले थे आज्ञा से शमशान थे, एक हड्डी हमारे पैर से फिसली, जिसके ये अरमान थे वो चलने वाले जरा होश कर चल, हम भी कभी शमशान थे, वो मैं भी तेरे वर्गे सी, आज हड्डां दी मुट्ठी बन के रुड़ गए हैं। तो जब गुरु को संसार का समा आया ना, वो इतने संसार से किसी ने नहीं कहना वो ये हालात बनने ने की, वो करके देश बगाना तू जाए उठ चलिया, करके देश बगाना तू जाए उठ चलिया, वो करके देश बगाना तू जाए उठ चलिया, 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 जी करके देश बगाना तू जाए उठ चलिया, 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 वो करके देश बगाना प्यारो, करके देश बगाना, 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 वो करके देश बगाना, जी करके देश बगाना, करके देश बगाना, उठ चलिया, करके देश बगाना, तू जाए उठ चलिया, जी करके देश बगाना, तू जाए उठ चलिया, करके देश बगाना, तू जाए उठ चलिया, करके देश बगाना, तू जाए उठ चलिया, करके देश बगाना, तू जाए उठ चलिया। ਜਦੋਂ ਗੁਰੂ ਕੋ ਸੱਜਣ ਆਉਂਦੇ ਨੇ ਤੇ ਸੰਸਾਰ ਨੂੰ ਇਹ ਬਗਾਨਾ ਸਮਝ ਕੇ ਸਾਧ ਸੰਗਤ ਜੀ ਚਲੇ ਜਾਂਦੇ ਨੇ, ਉਦੋਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੌਤ ਨੇ ਐਸੀ ਝਪਟ ਮਾਰੀ। ਜੋ ਵਚਨ ਚੱਲ ਰਿਹਾ ਸੀ ਕਿ ਕਾਲ ਅਗੇਲੀ ਫਿਰਾ ਬਦਕ ਜੋ ਕਹੋ ਕਵਨ ਵਿੱਚ ਕੀ ਹੈ, ਤੇ ਅਗਲੀ ਪੰਕਤੀ ਵਿੱਚ ਕਿਹਾ ਤੇਰਾ ਸੋਧਨ ਆਵਣ ਲੱਗਾ, ਕਹਿੰਦੇ ਬੰਦਿਆ ਤੇਰਾ ਉਹ ਦਿਨ ਨੇੜੇ ਆਉਂਦਾ ਜਾਂਦਾ। ਕੋਈ ਕਹਿੰਦਾ ਸਾਡੇ ਵਿਆਹ ਦੇ ਦਿਨ ਨੇੜੇ ਆ ਗਏ,
मैं विदेश जाना सी, दिन नेड़े आ गए। मैं आ कारोबार करना सी, दिन नेड़े आ गए। कोई कहता जिमीदार भरा कहता मैं खेती कटनी सी, दिन नेड़े आ गए। ते जे पातशाह तो पूछोगे महाराज तुसी किहड़े दिनां दी गल करदे हो, महाराज जी कहना तेरा सो दिन आवन लगा। महाराज कहते मैं तैनूं वो कहना ਜਿਹੜੇ थोड़े दिन पहला बीबी सरबजीत कौर ते आ गया। सतनाम बादशाह कहते मैं तैनूं वो दिनां दी गल करदा ਜਿਹੜੇ इस बीबी ते आ गए, ਜਿਹੜੇ 10 दिन पहला इस बीबी दे दिन आए ना। कहते तेरा सो दिन आवन लगा, भलिया पुरखा तेरा वो दिन नेड़े आउंदा जांदा। ਉਹ ਦਿਨ ਨੇੜੇ ਆਉਂਦਾ ਜਾਂਦਾ ਜਿਸ ਦਿਨ ਮਾਤ ਪਿਤਾ ਭਾਈ ਸੁੱਤ ਬਣਤਾ ਕਹੋ ਕਹੂ ਹੈ ਕਾਕਾ। ਜਿਸ ਦਿਨ ਆਪਣੇ ਤੇਰੇ ਤੇਥੋਂ ਪਰਾਏ ਹੋ ਜਾਣੇ, ਜਿਸ ਦਿਨ ਤੇਰੇ ਆਪਣੇ ਤੇਥੋਂ ਪਰਾਏ ਹੋ ਜਾਣੇ। ਰੇ ਗੋਰੇ ਤੋਹੇ ਘਰੀ ਨਾ ਰੱਖਿਆ ਕੋਈ, ਸਭ ਕਾਢੋ ਕਾਢੋ ਹੋਈ। ਗੁਰੂ ਤੇਗ ਬਹਾਦਰ ਸਾਹਿਬ ਇੱਥੋਂ ਤੱਕ ਕਹਿੰਦੇ ਨੇ ਪ੍ਰੀਤਮ ਜਾਣ ਜਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਖਾਂਦੇ ਹੋ। को काहू को नाही सुख में आन बहुत मिल बैठत, रहत कहूं जिस घेरा। विपत परी सब ही संग छाड़त, को न आवत घेरा। मारे कहंदे वो दिन नेड़े आउंदा जांदा। किहड़ा दिन नेड़े आउंदा जांदा जिहदे बाबत गुरबाणी तेरा सो दिन आवन लगा। मात पिता भाई सुत बनता कहो कोई है काका। जिस दिन तेरे अपने तेथों पराए हो जाने, उन्हां दा जोर नहीं जे चलना। किवें पातशाह दा वचन आउंदा जिंद बहुती मਰਨ ਵਰ ਲੈ ਜਾਸੀ ਪਰਨਾਏ। ਕਹਿੰਦੇ ਜਿੱਦਨ ਜਿੰਦ ਰੂਪੀ ਬੋਟੀ ਨੂੰ ਜਮ ਰੂਪੀ ਲਾੜਾ ਵਿਆਹਣ ਆਏਗਾ। ਜਿੰਦ ਬੋਟੀ ਮਰਨ ਵਰ, ਜਦੋਂ ਜਿੰਦ ਰੂਪੀ ਬੋਟੀ ਨੂੰ ਜਮ ਰੂਪੀ ਲਾੜਾ ਵਿਆਹਣ ਆਏਗਾ। ਲੈ ਜਾਸੀ ਪਰਨਾਏ। ਕਹਿੰਦੇ ਉਦੋਂ ਹਾਲ ਪਤਾ ਕੀ ਹੋਊਗਾ? ਉਦੋਂ ਹਾਲ ਸਾਡਾ ਬਸ ਨਹੀਂ ਜੇ ਚੱਲਦਾ। ਉਦੋਂ ਹਾਲ ਕੀ ਹੁੰਦਾ? ਕਿਸੇ ਦੇ ਘਰੇ ਨੌਜਵਾਨ ਧੀ ਹੋਵੇ, ਉਦਾਹਰਨ ਦਿੰਦੇ ਨੇ ਕਿਸੇ ਦੇ ਘਰੇ ਨੌਜਵਾਨ ਧੀ ਹੋਵੇ, ਉਹਦੇ ਲਈ ਵਰ ਆਪ ਲੱਭਿਆ, ਉਹਦੇ ਵਿਆਹ ਦਾ ਖਰਚੇ ਦਾ ਪ੍ਰਬੰਧ ਆਪ ਕੀਤਾ, ਬੜੀਆਂ ਖੁਸ਼ੀਆਂ ਮਨਾਈਆਂ, ਬੜੇ ਢੋਲ ਢਮੱਕੇ ਵੱਜੇ। ਪਰ ਜਦੋਂ ਧੀ ਨੂੰ ਤੋਰਨ ਲੱਗੇ ਨਾ, ਸਾਰਾ ਕੁਝ ਕੀਤਾ ਆਪ। ਖਰਚ ਬਹੁਤ ਲੱਖਾਂ ਰੁਪਈਆ ਕਹਿੰਦੇ ਇੰਨੇ ਖਰਚ ਕਰਦੇ ਨੇ ਧੀ ਦੇ ਵਿਆਹ ਤੇ, ਹਰ ਖੁਸ਼ੀ ਪੂਰੀ ਸਾਰਾ ਕੁਝ ਕੀਤਾ। ਜਦੋਂ ਧੀ ਨੂੰ ਤੋਰਨ ਲੱਗੇ ਉਦੋਂ ਸਾਰੇ ਧਾਹਾਂ ਮਾਰ ਮਾਰ ਕੇ ਇੱਕ ਦੂਜੇ ਦੇ ਗਲ ਲੱਗ ਕੇ ਟੁਰੇ। ਤੇ ਮੇਰੇ ਪਾਤਸ਼ਾਹ ਕਹਿੰਦੇ ਬੰਦਿਆ ਤੇਰੇ ਨਾਲ ਵੀ ਇਦਾਂ ਹੀ ਹੋਣਾ, ਚੇਤੇ ਰੱਖੀ। ਜਦੋਂ ਜਿੰਦ ਰੂਪੀ ਬੋਟੀ ਜਮ ਰੂਪੀ ਲਾੜੇ ਨਾਲ ਵਿਆਹੀ ਜਾਏਗੀ, ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਨਾਏ। ਜਦੋਂ ਜਮ ਰੂਪੀ ਲਾੜਾ ਵਿਆਹ ਕੇ ਲੈ ਕੇ ਜਾਏਗਾ, ਉਦੋਂ ਭਲਿਆ ਪੁਰਖਾ ਤੂੰ ਵੀ ਚੇਤੇ ਰੱਖੀ, ਉਦੋਂ ਤੇਰਾ ਹਾਲ ਵੀ ਇਹੀ ਹੋਣਾ ਹੈ। ਆਪਣ ਹੱਥੀ ਜੋਲ ਕਹਿ ਤੇਰੇ ਆਪਣੇ ਤੈਨੂੰ ਕੰਧਿਆਂ ਤੇ ਚੁੱਕਣਗੇ, ਤੇਰੇ ਆਪਣੇ ਤੇਰੇ ਲਈ ਲੱਕੜਾਂ ਦਾ ਪ੍ਰਬੰਧ ਕਰਨਗੇ, ਤੇਰੇ ਆਪਣੇ ਤੇਰੀ ਸ਼ਮਸ਼ਾਨ ਭੂਮੀ ਵਿੱਚ ਅੱਗ ਲਾ ਕੇ ਆਉਣਗੇ। ਤੇ ਨਾਲ ਕਿਆ ਕਹਿ ਗੱਲ ਲੱਗਿਆ ਧਾਏ, ਤੇ ਇੱਕ ਦੂਜੇ ਦੇ ਨਾਲ ਧਾਹਾਂ ਗੱਲ ਲੱਗ ਕੇ ਧਾਹਾਂ ਮਾਰ ਮਾਰ ਕੇ ਰੋਣਗੇ। ਧਾਹਾਂ ਮਾਰ ਰੋਵੇ ਜਿੰਦੜੀ, ਅੱਜ ਤੁਰ ਕੇ ਦਿਲਾਂ ਦੇ ਜਾਨੀਆਂ ਕੋ ਸਤਨਾਮ। ਜਦੋਂ ਪਿਆਰ ਵਾਲਾ ਜਾਂਦਾ ਉਦੋਂ ਜਿੰਦ ਰੋਂਦੀ ਹੈ, ਰੋਵੇਗੀ ਜਿੰਦੇ ਨਹੀਂ। ਜਦੋਂ ਪਹਿਣਗੇ ਵਿਛੋੜੇ, ਕਿਸੇ ਦਾ ਵਿਛੋੜਾ ਪੈ ਜਾਣਾ ਉਦੋਂ ਧਾਹਾਂ ਨਿਕਲਦੀਆਂ ਨੇ। ਪਰ ਇਹ ਹੈ ਵੀ ਭਾਣਾ ਮੰਨਣਾ ਪੈਂਦਾ, ਉਹਦੇ ਅੱਗੇ ਜ਼ੋਰ ਨਹੀਂ ਜੇ ਚੱਲਦਾ, ਕਰਤੇ ਅੱਗੇ ਜ਼ੋਰ ਨਹੀਂ ਕਿਸੇ ਦਾ ਚੱਲਦਾ। ਤੋਂ ਪਾਤਸ਼ਾਹ ਕਹਿਣ ਲੱਗੇ ਇਹੀ ਹਾਲ ਤੇਰੇ ਨਾਲ ਹੋਣਾ ਹੈ। ਜਦੋਂ ਜਿੰਦ ਰੂਪੀ ਬੋਟੀ ਨੂੰ ਜਮ ਰੂਪੀ ਲਾੜਾ ਵਿਆਹਣ ਆਏਗਾ, ਤੇਰੇ ਆਪਣੇ ਤੈਨੂੰ ਸ਼ਮਸ਼ਾਨ ਭੂਮੀ ਛੱਡ ਕੇ ਅੱਗ ਦੇ ਹਵਾਲੇ ਕਰਕੇ ਤੇ ਨਾਲ ਧਾਹਾਂ ਮਾਰ ਕੇ ਇੱਕ ਦੂਜੇ ਦੇ ਗਲ ਲੱਗ ਕੇ ਰੋਣਗੇ। ਉਹ ਸਮਾਂ ਦੂਰ ਨਹੀਂ, ਹੁਣ ਤੇਰਾ ਸੋ ਦਿਨ ਆਵਣ ਉਹ ਦਿਨ ਨੇੜੇ ਆਉਂਦਾ ਜਾਂਦਾ ਹੈ। ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕਹੂ ਹੈ ਕਾਕਾ। ਲਾਸਟ ਪੰਕਤੀ ਸਾਨੂੰ ਕੀ ਸਮਝਾਉਂਦੇ ਨੇ? ਕਹਿੰਦੇ ਜਬ ਲਗ ਜੋਤ ਕਾਇਆ ਮੈਂ ਵਰਤੈ। ਕਹਿੰਦੇ ਬੰਦਿਆ ਜਿੰਨਾ ਚਿਰ ਤੇਰੇ ਅੰਦਰ ਸਾਹ ਚੱਲਦੇ ਨੇ ਤੈਨੂੰ ਗਿਆਨ ਨਹੀਂ ਆ ਰਿਹਾ, ਤੂੰ ਮੌਤ ਨੂੰ ਭੁੱਲਿਆ ਫਿਰਦਾ ਹੈ। ਹਰ ਪਾਸੇ ਜੌਨ ਜੀਵਿਆ ਲੋਰਾ ਸਭ ਕੋਈ। ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਛਨਾ ਬੁਝੈ। ਬੰਦੇ ਦੀ ਪਸ਼ੂ ਵਾਲੀ ਬਿਰਤੀ ਹੋ ਗਈ, ਇਹਨੂੰ ਗਿਆਨ ਨਹੀਂ ਆ ਰਿਹਾ ਕਿ ਮੈਨੂੰ ਮੌਤ ਆਏਗੀ। ਇਹ ਕਹਿੰਦਾ ਮੈਂ ਜਿਉਣਾ ਬਹੁਤ ਹੈ। ਮੈਂ ਪਹਿਲੇ ਬਚਨ ਸੁਣਾਇਆ ਸੀ ਨਾ, ਸਾਈਕਲ ਵਾਲਾ ਕਹਿੰਦਾ ਮੇਰੇ ਥੱਲੇ ਮੋਟਰ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ 'ਚ ਉਡਾਰ ਹੋਵੇ, ਦੇਖਦਾ ਜਹਾਜ਼ ਨੂੰ ਤੇ ਵੱਟਦਾ ਏ ਭੂਰੀਆਂ, ਆਸਾ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ। ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਂਦੀ ਹੈ। ਸਾਧ ਸੰਗਤ ਜੀ ਕਹਿਣ ਲੱਗੇ ਲਾਲਚ ਕਰਿਆ ਜੀਵਨ ਪਦ ਕਾਰਨ, ਜਿਉਣ ਵਾਸਤੇ ਰੋਜ਼ ਲਾਲਚ ਕਰਦਾ ਹੈ। ਚੰਗੇ ਸਾਧਨ ਲਏ ਨੇ ਜਿਉਣ ਵਾਸਤੇ, ਚੰਗੀਆਂ ਗੱਡੀਆਂ ਖਰੀਦੀਆਂ ਨੇ ਜਿਉਣ ਵਾਸਤੇ, ਕੋਠੀਆਂ ਕਾਰਾਂ ਬਣਾਈਆਂ ਨੇ ਜਿਉਣ ਵਾਸਤੇ,
सारा पर लालच करे जीवन पद कारण लोचन कछु ना कहत कबीर सुनो रे प्राणी लास्ट पंक्ति विच ज्ञान कराउंदे ने कबीर साहब कहत कबीर सुनो रे प्राणी छोड़ो मन के भरमा केवल नाम जपो रे प्राणी बस बंदिया तेनू पता है मौत सारियां नूं आउणी इस करके एक मालिक दी बंदगी करया कर केवल नाम बस केवल का मतलब होता है इको ही नाम की कहना वाहिगुरु कह लो राम कह लो अल्लाह कह लो सतनाम कह लो गोपाल कह लो धन्ना जी गोपाल गोपाल करी जाए कोई नारायण कहते नरक ना जाए नारायण नाम भी रब दे जो मर्जी कह ला रब नूं याद कर ले फिर की होएगा तेरा खैड़ा छुट जाएगा नहीं ते चेते रखी तेनू लेखा देना पड़ेगा और कई बंदे कहते जी लेखा कादा होना है मारे कहते लेखा देना सुहेला जो दिल सुची उस साचे दीवान में पल्ला ना पकड़े सबो भजै आसरा आसरा सारे आसरे भज जाते ने चुकै सब असराओ चिते आवे उस पार ब्रह्म लगे न तती वाह जे रब चिते आवे तती वाह नहीं लगदी कहत कबीर सुनो रे प्राणी छोटो मन के भरमा केवल नाम जपो रे प्राणी बस एक मालिक दा नाम जपया कर ते करो एक की शरण एक गुरु दी शरण विच आ जा तेरा इको गुरु दे शरण विच आके वो आसरा ले ले तेरा भला हो जाएगा क्योंकि संसार ते तू रहन वास्ते नहीं आया एक ना एक दिन मालिक प्रभु दा तेनू सुनेहा आ जाना है सदा आ जाना तू संसार तो चलिया जाना है इत्थे रहना है सत संगत जी जो आओ एक मान की गल सत संगत जी करन दा जतन करिए टाइम काफ़ी हो गया मैं अपने समय में रह के मैं हुण तक गुरबानी दी आप जी ने विचारां श्रवण कीतियां तकरीबन 5-7 मिनटां विच मैं अगला उदाहरण साखी राही सत संगत जी आप जी को खेमां दा होवांगा अज एक मां गई है एक बच्चे नूं छड्ड के मां गई है कहाँ वो बुजुर्ग बैठे होने उन्होंने किसी की धी लगती होनी है किसी की नूह लगती होनी है सत संगत जी चली गई है चले सारिया ने जाना जो संसार को जावांगे उदों मुड़ के कभी कोई आया नहीं ते ना किसी ने आना है ते ये बिल्कुल अटल सच्चाई है मौत जिहड़ी है उन्हें कोई मोड़ नहीं दे सकता कलगीधर पातशाह धन गुरु गोबिंद सिंह महाराज दे वेले ना बीबी शरण कौर हुई है बीबी शरण कौर छोटे छोटे बच्चों को साथ संगत की रात को लाड़ लड़ाती प्यार करती जो चमकौर साहब का जंग होया ना सिख शहीद होए पे ने संस्कार करना कलगीधर की ड्यूटी लग गई है उदों साथ संगत की बीबी शरण कौर ने छोटे छोटे बच्चों को छड्ड के गुरु को जान लगी ते बच्चों को पता न्याणे ने क्या पता होता बच्चों कहते भी पता भी मैं अज गई मुड़के नहीं आना मैं जालमा के हथ लग जावांगी मैंने शील कर देंगे मार देंगे तो मुड़के तो आना नहीं वो जाते जाते बच्चों को जो जाती है ना तो बच्चों को पता की कहती है तो बच्चे को मां को के कहते ने मां सानू छड्ड के ना जाई अम्मीए साडा तेरे बिना कोई ना सानू छड्ड के ना
बच्चे फिर खोल के ऐसी बेटी करते साड़ी तेरे बिना किसी ने पानी नहीं पड़नी ते मां कोई गल कहती है मैनू जान दियो लालो ਤੁਹਾਡਾ लाखा कलगियां आन दियो बच्चियो मैनू जान दियो बच्चियो ਤੁਹਾਡਾ लाखा कलगियां वाला मैनू जान दियो बच्चियो ਤੁਹਾਡਾ लाखा कलगियां वाला मैनू जान दियो बच्चियो ਤੁਹਾਡਾ लाखा कलगियां वाला मैनू जान दो बच्चियो ਤੁਹਾਡਾ लाखा कलगियां वाला मैनू जान दियो बच्चियो ਤੁਹਾਡਾ लाखा कलगियां वाला मैनू जान दियो लालो ਤੁਹਾਡਾ लाखा कलगियां वाला जान दियो लालो ਤੁਹਾਡਾ लाखा कलगियां वाला मैनू 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 जान दियो लालो ਤੁਹਾਡਾ लाखा कलगियां वाला ਸ਼ਰਨ ਕੌਰ ਆਪਣੇ ਬੱਚਿਆਂ ਨੂੰ ਛੱਡ ਕੇ ਜਦੋਂ ਜਾਣ ਲੱਗੀ ਪਤਾ ਸੀ ਅੱਜ ਦੀ ਗਈ ਨੂੰ ਮੁੜ ਕੇ ਨਹੀਂ ਆਉਣਾ ਬੱਚਿਆਂ ਨੇ ਕਿਹਾ ਮਾਵਾ ਬਿਨਾ ਕੋਈ ਜੱਗ ਤੇ ਨਹੀਂ ਹੁੰਦਾ ਕੋਈ ਪਿਆਰੇ ਪ੍ਰੋਫੈਸਰ ਮੋਹਨ ਸਿੰਘ ਵਰਗਿਆਂ ਨੇ ਲਿਖਿਆ ਮਾਂ ਵਰਗਾ ਘਣਸ਼ਾਮਾ ਮੁੰਡਾ ਹੋਰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਏ ਉਹ ਸਮਾਂ ਜਦੋਂ ਕਿਸੇ ਤੇ ਬੀਤਦਾ ਉਦੋਂ ਪਤਾ ਲੱਗਦਾ ਹੈ ਸਾਧ ਸੰਗਤ तो मैं विचार करनी चाहता सी पर समा नहीं है इस करके मैं इत्थे अपने विचारां नूं विश्राम दिया समय में जो प्रबंधकां दा समा दिता सी ओदी समाप्ति है ते मैं इहो बेनती करांगा चले सारियां ने जाना राम गयो रावण गयो जाको गो परवार कहो नानक थिर कछ नहीं सुपने जाओ संसार ये संसार सुपने दी न्याई है ਇੱਥੇ ਜਿਹੜਾ ਵੀ ਆਇਆ ਉਹਨੇ ਚਲੇ ਜਾਣਾ ਪਰ ਕੀ ਕਰਕੇ ਜਾਈਏ ਲਾਸਟ ਤੇ ਇਹੀ ਗੱਲ ਕਾਂ ਕਬੀਰ ਸਾਹਿਬ ਕਹਿੰਦੇ ਕਬੀਰ ਜਬ ਹਮ ਆਏ ਜਗਤ ਮੈਂ ਜਗ ਹੱਸਾ ਜਿੱਦਣ ਅਸੀਂ ਸੰਸਾਰ ਤੇ ਆਏ ਸੀ ਕਹਿੰਦੇ ਉਦੋਂ ਸਾਰਾ ਪਰਿਵਾਰ ਹੱਸਦਾ ਸੀ ਫਲਾਨਿਆਂ ਦੇ ਘਰੇ ਬੱਚਾ ਜੰਮਿਆ ਪੀੜੀ ਵਧੀ ਕਹਿੰਦੇ ਪਰ ਬੱਚਾ ਰੋਂਦਾ ਸੀ ਬੱਚਾ ਰੋਂਦਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿਣ ਲੱਗੇ ਭਲਿਆ जिदन हुण तू संसार तो जावे उदन हाल की होवे ऐसी करनी कर चले हम हसे तेनू लोग चंगा कहन फलाना सा बड़ा चंगा हुंदा ते संसार जाल कर करके तेनू रोवे ते तू हसदा जावे तेनू अपनी मौत दा कोई भै ना होवे ऐसा कर्म कमाइए कबीर साहब ने मर्दाने नू 2 टके दे के जदों भेजिया सी ते मंगाया की सी 1 टके दा सच ते 1 दा झूठ लेके आई जो मर्दाना मूले को लेके गया मूले ने गुरमुखों कागज के टुकड़े ते लिख दिता जो क्या ना 1 टके का सच ते 1 का झूठ दे सारियां दुकानां कहियां कितों ना मिलियां मूले ने कागज का टुकड़ा चुकिया ते कागज के टुकड़े ते लिख दिता मरना सच है ते जाना झूठ है गुरु नानक साहब कोल आ गया जो गुरु नानक साहब कोल आया ना महाराज ने देखिया कहंदे भाई मर्दानिया सौदा ते खरा ही लेके आया क्यों मौत जिहड़ी अटल सच्चाई है भावें कि क्या जाने असी नहीं जानते किम मरहेंगे मरना कदों है
कैसा मरना होए साडा मरना होना ते किह जा होना सानू नहीं पता, पर मौत एक ना एक दिन सारिਆਂ ते आएगी। मौत जवानी विच भी आ सकती है, मौत बचपन विच भी आ सकती है, मौत बुढ़ेपे विच भी आ सकती है। ते साध संगत जी चंगे कर्म कमाइए, नाम जपीए, सेवा ते सिमरन दे धारनी होइए, जिंद गुरु दे लेखे ला के जाइए। साध संगत जी हाँ जो कोई प्राणी चलिया जाता, अज अपनी सारिਆਂ ਦੀ यही बेनती है भाई गुरसेवक सिंह के परिवार को कि भाई भाणा मनो। असी सारिਆਂ ने कहना भाणा मनो, ते भाणे बिना होर गल भी कोई नहीं, क्योंकि गुरबाणी कहती है भाणा ना मन्ने बहुत दुख पाई। जिहड़ा बंदा भाणा नहीं मनदा वो भी दुखी हुंदा है। तेरा कीया मीठा लग गया हर नाम पदार्थ नानक मंगे, ये भी गल कहती गुरबाणी ने। पर कहंदे भाणा मनना भी औखा है। किवें ਜਦੋਂ ਕਹਿੰਦੇ ਦੁੱਖਾਂ ਦੀ ਗੱਲ ਚੱਲਦੀ, ਗੁਰਬਾਣੀ ਕਹਿੰਦੀ ਸਭ ਤੋਂ ਵੱਡਾ ਹੀ ਦੁੱਖ ਵਿਛੋੜੇ ਦਾ ਹੁੰਦਾ ਹੈ। ਕੋਈ ਚਲਿਆ ਜਾਏਗਾ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਜਦੋਂ ਇਹਨਾਂ ਉਮਰਾਂ ਵਿੱਚ ਵਿਛੋੜੇ ਪੈਂਦੇ ਨੇ, ਸਾਰੀ ਜ਼ਿੰਦਗੀ ਰੜਕਦੇ ਰਹਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰਾਂ। ਸਾਧ ਸੰਗਤ ਜੀ ਜਦੋਂ ਕਿਤੇ ਮਾਂ ਦੇ ਥਾਂ ਬੱਚਿਆਂ ਨੂੰ ਲੋੜ ਪਏਗੀ, ਯਾਦ ਆਏਗੀ, ਸਮਾਂ ਉਹ ਜਵਾਬ ਦੇ ਹੁੰਦਾ ਹੈ, ਪਤਾ ਨਹੀਂ ਲੱਗਦਾ। ਸਾਧ ਸੰਗਤ ਜੀ ਜਦੋਂ ਧੰਨ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਆਖਰੀ ਸਮਾਂ ਤੋਰਨ ਲੱਗੀ ਨਾ, ਤੇ ਉਦੋਂ ਮਾਂ ਨੂੰ ਮਾਤਾ ਜੀਤੋ ਦੀ ਯਾਦ ਆ ਗਈ। ਮਾਤਾ ਜੀਤੋ ਜਿਹੜੀ ਇਹਨਾਂ ਬੱਚਿਆਂ ਦੀ ਮਾਂ ਸੀ, ਸਾਹਿਬਜ਼ਾਦਿਆਂ ਦੀ, ਕਹਿਣ ਲੱਗੀ ਧੀਏ ਜੀਤੋ ਜੇ ਤੂੰ ਅੱਜ ਹੁੰਦੀ ਨਾ, ਆਪਣੇ ਬੱਚਿਆਂ ਦੇ ਵਿਆਹ ਜ਼ਰੂਰ ਦੇਖ ਲਿਆ। ਸਤਿਨਾਮ ਸ੍ਰੀ ਵਾਹਿਗੁਰੂ। ਆਜਾ ਜੀਤਾਂ ਰਾਣੀਏ ਲੈ ਮਿੰਟ ਉਧਾਰੇ, आ घोड़ियां चढ़ते देख लै तेरी अख दे तारे। जीता जे अज हुंदी ना तू अपने पुत्तां नूं घोड़ियां चढ़ते जरूर देख। याद आउंदी है जदों कोई सज्जन चले जांदे ने, पर उस नाल जिस नाल जोर ना चले खले कीता अरदास सतगुरु सच्चे पातशाह कृपा कर। मैं इहो बेनती करांगा, चले सारिਆਂ ने जाना संसार विच चंगा बनण दा यतन करिए, नशिਆਂ दा त्याग करिए। साध संगत जी माता पिता की घर में सेवा करिए, भ्रूण हत्या वर्गे पापों तो बचिए, समाज के हानी बनीए, चंगा समाज सिरजन वास्ते असी योगदान पाइए। नौजवान पीढ़ी अपने मापियां के सत्कार में आवे। साडी यही बीबी सरबजीत कौर नूं सरदा साध संगत जी श्रद्धांजलि होवेगी। मैं फिर तुहानूं इहो बेनती करांगा कि मावां कदे जग तो मिलदियां नहीं, जिहड़ियां मावां तुर जांदियां कदे मुड़ के आउंदियां नहीं। लास्ट धारण पढ़ के बस फिर समाप्त। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो बिना नहीं मिलदा। सुख मां दी गोद वर्गा प्यारियो मां तो
सदा ही याद आते हैं। चंगे कर्म कमाइए, नाम जपीए, सेवा ते सिमरन दे धारनी होइए। सारिया संगतां दा बहुत 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 धन्नवाद। सतगुरु सच्चे पातशाह के चरणों में अरदास करियो कि इस बीबी सरबजीत कौर को अपने चरणों में निवास बख्शण, पिछे सारे परिवार को भाना मनन का बल बख्शिश करन कि असीं भी कुछ सीख के जाइए। की सीख के जाइए? ये मौत कली सरबजीत कौर लई नहीं, ये साडे लई भी बनी हुई है। आखो सतनाम। किवें कहंदे जेड़ियां सूरतां चढ़न सवारियां ते एक दिन तिखा ते चढ़दियां देखियां मैं, जेड़ियां जुल्फां नूं अतर पलेल लावें बांग घाह दे सड़दियां देखियां मैं। चुपचाप चढ़ के काठ दी घोड़ी सवार होइयां, मुड़ के शहर ना बढ़दियां देखियां मैं। एक बारी सिवियां वल चले गए, कोई मुड़ के नहीं आया। ते कई विद्वानां ने यह भी लिखिया, निगाह मार के बंदे तैं देखिया ना, तेरे वर्गे कई लखां शरीर तुर गए। तू ते कहना गरीब दा इलाज है नहीं, पैसे वाले भी कई अमीर तुर गए। कई राजे कई राणे ना रहे इत्थे, कई मुंशी अते वजीर तुर गए। कई मामा दे पुत ना रहे इत्थे, ते कई लखां ही भैणां दे वीर तुर गए। जो घड़िया सो भजना एक दिन, जो बनिया सो टैना। 4 दिनों का मेला इत्थे सदा बैठना रहना। एक विद्वान ने होर लिखिया, कहंदा इस धरती की कंध के उत्ते कई सिकंदर सुते, आखिर सब ने तुर जाना है अपनी आई रुत। पक्के पाना का दुख ना बहुता, जो आई के तुर जाते। दुख के पंछी उन्हां दा हुंदा जिहड़े तुर गए इत्थों तुर के। समय तो पहला कोई सज्जन चलिया जाए तो बड़ा दुखदाई होंदा है, पर मौत सारियां लई खड़ी है। रोवे माता शाह सिकंदर दी, कट्ठा कर दी बेड़े नूं, चलो सयोनी रोवण चलीए। पुत सिकंदर मेरे नूं, कबरां विचों बाजां आईयां। मां छड्ड दे झगड़े झेड़े नूं, इत्थे कई सिकंदर तुर गए। तू रोवे किहड़े किहड़े। ये दुनिया का मेला ही इदां है, जो उपजो सो बिनस है। पर आज कै काल, नानक हर गुण गाए ने। छाड़ सगल जंजाल, जो भी जीव इत्थे पैदा होया उन्हें एक ना एक दिन चले जाना है। चंगे कर्म कमाइए, नाम जपीए, सेवा ते सिमरन दे धारनी होइए। समाज में कुछ चंगा करके जाइए कि लोग ज्ञान तो बाद भी याद रखन, फलाना सा बड़ा चंगा बंदा सी, धर्मात्मा पुरुष सी। उत्थे ही साध संगत जी जिहड़ा अपने बजुर्गों की सेवा ये जरूर करिए, ते नशियां दा त्याग करिए। साडे समाज विच ना जिहड़ा 6वां दरिया नशियां दा वगदा, किते साडी करसानी नूं चिट्टे ने खादा, अज साडी जवानी नूं चिट्टा खा रहा है। इन्हां तो असीं सारे जने सचेत होण दा यतन करिए। सब संगतां दा धन्नवाद। भुलां चुकां दी खिमा कोटान को धन्नवाद। गुरु ग्रंथ साहिब जीआं दा साध संगत जी उत्थे ही गुरमुखो इलाके दीआं मोहतबर शख्सियतां आईआं ने, जिन्हां दी समाज नूं बड़ी वड्डी देन है। साध संगत जी पहुंचे ने, सूद साहब जी उन्होंने भैन जी, साध संगत जी होर जिन्ने भी समाज के विच राजनीतिक हरी सिंह जी खाई साहब वो भी आए ने। इन्होंने पिता जी नाल मेरी दास का काफ़ी स्नेह रहा। गुरमुख प्यारिओ इस तरह बड़िया शख्सियतां आईआं ने, सब का बहुत बहुत धन्नवाद। रब रूप संगतां बैठियां सब का धन्नवाद जी आयां नूं। 2 मिनट सारी संगत हुण सिमरन करियो ते फिर बस समाप्ति है। तो लास्ट में यही बेनती करांगा कि असीं जिथे उस बिछड़ी आत्मा नूं शरधा अर्पण करनी है, उत्थे असीं भी समाज में इहां खाट चलो हर लाहा आगे बसन। इत्थों कुछ लाहा छड्डण का यतन करिए। 83,99,999 जूना भोगण तो बाद मनुखा देही की प्राप्ति हुई है। 7.5 अरब साल लगे ने 84 का गेड़ा कढ़न वास्ते। तो ਜਿਹੜੀਆਂ ਅਸੀਂ ਜੂਨਾਂ ਨਿਭਾਈਆਂ ਨਾ, ਉਹ ਇਹ ਨਿਭਾਈਆਂ ਕਈ ਜਨਮ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਤਰਕ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬੜੀਆ ਚਰਨ ਕਾਲ। ਚੰਗੇ ਕਰਮ ਕਮਾਈਏ। 2 ਮਿੰਟ ਸਾਰੀ ਸੰਗਤ ਸਿਮਰਨ ਕਰਿਓ, ਬਸ ਇੱਥੇ ਹੀ ਸਮਾਪਤ ਹੋਈਏ। ਵਾਹਿਗੁਰੂ 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 जपो सारे। वाहेगुरु 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 वाहेगुरु। बिन हर भजन नहीं छुटकारा,
सत्कारा, बिन हर भजन नाही छुटकारा। बिन हर भजन नाही छुटकारा। कहो नानक एहो तत विचारा, कहो नानक एहो तत विचारा। कहो नानक एहो तत विचारा, कहो नानक एहो तत विचारा। वाहेगुरु 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 वाहेगुरु। देहो सजन असीसड़ियां ज्यों होवै साहिब स्यों मेल। देहो सजन असीसड़ियां होवै साहिब स्यों मेल। संबत साहा लिखिया मिलकर पावो तेल। संबत साहा लिखिया मिलकर पावो तेल। देहो सजन असीसड़ियां ज्यों होवै साहिब स्यों मेल। देहो सजन असीसड़ियां ज्यों होवै साहिब स्यों मेल। ਵਾਹਿਗੁਰੂ ਜੀ ਕਿਰਪਾ ਕਰਿਓ ਬੀਬੀ ਸਰਬਜੀਤ ਕੌਰ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਭਾਈ ਗੁਰਸੇਵਕ ਸਿੰਘ ਸੰਤ ਸਲਾਹ ਦਰਸ਼ਨ ਸਿੰਘ ਜੀ ਦੇ ਸਾਰੇ ਪਰਿਵਾਰ ਛੋਟੇ ਤੋਂ ਵੱਡੇ ਸੰਗੀ ਸਾਥੀ ਜਿੰਨੀ ਸੰਗਤ ਹੈ ਸਭ ਨੂੰ ਪਾਣਾ ਪਾਉਣ ਦਾ ਬਲ ਬਖਸ਼ਿਸ਼ ਕਰਨਾ। ਕਥਾ ਕੀਰਤਨ ਕਰਦਿਆਂ ਹੋਈਆਂ ਤਮਾਮ ਭੁੱਲਾਂ ਦੀ ਖਿਮਾ ਗੁਰੂ ਤੇ ਸੰਗਤ ਬਖਸ਼ਣਹਾਰ ਬਖਸ਼ ਲੈ। ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ। आनंद पया मेरी माए सतगुरु मिल पाया। होता पाया सहज सेती मन मेरा बधाइया। सब होता गावो हरि तेरा मन ही बसाया। हे मन मेरा तू सगर हो अंगीकार हो करे तेरा कार्य सब सवारना। नानक मन में सदा हो हर नामे। साहेब क्या नहीं करते भक्तां तेरे भक्त है जिस देह को पावे। नाम जिनका मन बसया बाजे शब्द करे। साचा नाम मेरा आधारो साच नाम आधार मेरा जन सुखा स्वागत भाइया। सादा कुर्बान पिता गुरमित हो जिस दिया है बटियाइया। साचा नाम मेरा आधारो बाजे पंच सब सिद्ध कर सुभागा। पंच दूत बदवास की तेरे हाल कंटक मारिया। कह नानक धर्म को आदत कार्यान हत लागे। पार ब्रह्म तब पाया सरे सगत वस्तु पूरे।
ਗੁਰ ਚਰਨ ਲਾਗੇ ਬਾਸੇ ਹਰ ਤੂਨੇ ਸ਼ਲੋਕ ठाकर तुम अरदास जियो पिंड सब तुम मात पिता हम में कोई न जाने सगल सामग्री तुम्हारे पिंड सब बहु नानक सब कोई नाम न जाने मेरा वाहिगुरु कहो नानक सब वाहिगुरु साजे अरदास ओंकार वाहिगुरु जी की फतह है। श्री भगवती जी सहाय वार श्री भगवती जी की पातशाही दसवीं प्रथम भगवती सिमर का गुरु नानक लई ध्याए फिर अंगद गुर ते अमरदास रामदास होई सहाय अर्जन हर गोबिंद नौ सिमरो श्री हर राय श्री हर कृष्ण ध्याइए जिस दिखै सब दुख जाए तेग बहादुर सिमरिय घट नौ नित आवे धारे सुख ताई होए सहाय। दसवां पातशाह श्री गुरु गोबिंद सिंह साहिब जी सब थाई होए सहाय। दसां पातशाहियां दी जागती जोत धन धन श्री गुरु ग्रंथ साहिब जी दे पाठ दीदार दा ध्यान करके खालसा जी बोलो जी। सतगुਰਾਂ ਦੇ ਸਾਜੇ ਨਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਰੇ ਪਿਆਰਿਆਂ ਚਾਰ ਮੁਕਤਿਆਂ ਹੱਟੀਆਂ ਨਦੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਦੀ ਕੱਟਿਆ ਦੇਖ ਕਦਾਈ ਵਾਲੀ ਦੇਖ ਕੇ ਅਣਜੱਟ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਦੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਕੜੀਆਂ ਬਹਾਨੀਆਂ ਤਰਕੜੀਆਂ ਦੇ ਜਿਹੜੇ ਆਰਿਆਂ ਨਾਲ ਕਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਜੇਸਾਂ ਸੁਆਸਾਂ ਸੰਨ ਨਿਭਾਈ ਬਿਨਾਂ ਪ੍ਰਾਰਥਨਾ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਵਾਹਿਗੁਰੂ ਜੀ ਵਾਹਿਗੁਰੂ। ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਕਿਰਤ ਆਵੇ ਕਿਰਤ ਆਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ कहा कहाँ रखिया रिया देख देख वट है दर्द की पायल पंथ की देख के सारे जी सहाय खालसा जी के बोल वाले बोलो जी। मासो जी सिखा सिक्खी दान केस दान रहत दान विवेक दान वसाह दान भरोसा दान दाना सिर दान नाम दान श्री अमृतसर साहिब जी के दर्शन नान चौकियां झंडे गुंगे जुगो जुग अकाल धर्म का जयकार बोलो जी। सिखा दा मान नीवा मत उच्ची मत दे राखे आप वाहिगुरु के अकाल पुरख अपने पंथ दे सदा सदाई दा दार पातशाह जी के समूह गुरुद्वारियां को धामां दे खुले दर्शन दीदार
सेवा संभाल का दान प्यारे खालसा जी ਨੂੰ ਬਖਸ਼ੋ ਜੀ। ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨੇ ਪੁਰਖਿਆਂ ਦੀ ਖੋਜ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਦੁਕਾਲਮ ਪ੍ਰਣਾਸੀ ਦਇਆਲਮ ਸਰੂਪੇ ਸਦਾ ਕੰਮ ਸੰਗੇ ਅਭੰਗਨ ਬੈਠੇ ਤੇ ਕਿਰਪਾ ਨਿਧਾਨ ਪਦ ਪਾਵਨ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਮੁਬਾਰਕ ਚਰਨਾਂ ਵਿੱਚ ਸੰਗਤ ਦੀ ਕਹਿਣੀਆਂ ਦੀ ਅਰਦਾਸ ਗਿਆਨ ਜੇ ਹਰ ਤੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਰ ਨਾਨਕਾ ਸਤੇ ਸੁਖੀ ਜਾਏ ਦੇ ਮਹਾਵਾਕ ਅਨੁਸਾਰ ਸਰਦਾਰ ਗੁਰਸੇਵਕ ਸਿੰਘ ਜੀ ਉਹਨਾਂ ਦੀ ਧਰਮ ਪਤਨੀ ਅਤੇ ਸਤਿਕਾਰਯੋਗ ਭੈਣ ਜੀ ਭੈਣ ਸਰਬਜੀਤ ਕੌਰ ਆਪ ਜੀ ਦੀ ਬਖਸ਼ੀ ਹੋਈ ਸਵਾਸਾਂ ਰੂਪੀ ਖੰਡੀ ਨੂੰ ਭੋਗਦਿਆਂ ਹੋਇਆਂ ਇਸ ਜੱਗ ਤੋਂ ਕੁਝ ਦਿਨ ਪਹਿਲਾਂ ਅਕਾਲ ਚਲਾਉਣ ਕਰਕੇ ਉਹਨਾਂ ਦੇ ਵਿੱਚ ਰੂਹ ਦੀ ਸ਼ਾਂਤੀ ਕਲਿਆਣ ਵਾਸਤੇ ਗੁਰਮੁਖ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਕੀ ਬਾਣੀ ਦੇ ਤਹਿਤ ਜਾ ਕੇ ਗ੍ਰਹਿ ਵਿਖੇ ਪ੍ਰਕਾਸ਼ ਪ੍ਰਵਾਜਾ ਪਤਵੇ ਦੇ ਭੋਗ ਵਾਇ ਉਪਰੰਤ ਸਤਿਗੁਰੂ ਜੀਓ ਆਪ ਜੀਆਂ ਦੇ ਦਰਬਾਰ ਅੰਦਰ ਮੈਂ ਪੁੱਛਿਆ ਕੀਰਤਨ ਕਰਿਆ ਉਹ ਨਿਰਵਾਣ ਜੀ ਉਹਦੇ ਮਹਾਵਾਕ ਅਨੁਸਾਰ ਰਾਗੀ ਸਿੰਘਾਂ ਨੇ ਸਤਿਗੁਰੂ ਜੀਓ ਵਿਰਾਗ ਦੇ ਉਪਦੇਸ਼ ਪਈ ਕੀਰਤਨ ਕੀਤਾ ਹੈ। ਗੁਰਮਤ ਗੁਰਬਾਣੀ ਇਤਿਹਾਸਕ ਵਿਚਾਰਾਂ ਕੀਤੀਆਂ ਕਿ ਥੋੜੀਆਂ ਸ੍ਰੀ ਆਨੰਦ ਸਾਹਿਬ ਗੁਰਾਂ ਦੇ ਜਾਪ ਦੇ ਸਰੋਕ ਸਮੇਤ ਗਾਇਨ ਹੋਏ। ਅਰਦਾਸ ਬੇਨਤੀ ਹੈ ਗੁਰਮੁਖ ਪਰਿਵਾਰ ਪਾਸੋਂ ਸੇਵਾਵਾਂ ਨਿਭਾਉਂਦਿਆਂ ਆਪ ਜੀ ਦੇ ਸਤਿਕਾਰ ਜੋ ਗੁਰਜੀਤ ਬਾਜੀ ਸਿੰਘਾਂ ਪਾਸੋਂ ਆਗਾਹ ਬਾਣੀ ਦੇ ਜਾਪ ਕਰਦਿਆਂ ਰਾਗੀ ਸਿੰਘਾਂ ਪਾਸੋਂ ਕੀਰਤਨ ਕਰਦਿਆਂ ਸਤਿਗੁਰੂ ਵਿਚਾਰਾਂ ਕਰਦਿਆਂ ਬੇਅੰਤ ਪੂਰਨਾ ਹੋ ਜਾਂਦੀਆਂ ਨੇ। ਬਖਸ਼ਣ ਤੋਂ ਸਾਨੂੰ ਸਭਨਾਂ ਨੂੰ ਬਖਸ਼ ਦਿਓ ਜੀ। ਅੱਗੇ ਤੋਂ ਸਮਤ ਕਿਰਪਾ ਕਰਿਓ ਸਮੁੱਚੇ ਭਾਵ ਮਹਾਰਾਜ ਵਿਛੜੀ ਹੋਈ ਆਤਮਾ ਨੂੰ ਪ੍ਰਾਪਤ ਕਰਵਾਇਓ ਜਿਹੜੀਆਂ ਮੇਰੀਆਂ ਜੁਨਾਂ ਤੋਂ ਬਚਾਉਂਦਿਆਂ ਹੋਇਆਂ ਯੋਗ ਸਥਾਨ ਆਪਣੇ ਪਾਵਨ ਧੰਨਵਾਦ ਚਰਨਾਂ ਵਿੱਚ ਬਖਸ਼ੋ ਵਿਖੇ ਪਰਿਵਾਰ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਦੇਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪ ਦੇ ਹਜ਼ੂਰ ਸੰਗਤਾਂ ਦੇ ਗੁਰਮੁਖ ਪਰਿਵਾਰ ਨੇ ਹਾਜ਼ਰੀਆਂ ਭਰੀਆਂ ਦਿਲ ਕੋਲ ਘਟਾਵਾਂ ਹੋਈਆਂ ਮਨਜ਼ੂਰ ਕਰ ਲਓ ਜੀ। ਸਭ ਇਛਾਵਾਂ ਫੁੱਲ ਦੀਆਂ ਪੂਰੀਆਂ ਕਰਿਓ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾ ਭਰੋਸਾ ਨਾਲ ਬਖਸ਼ੇ ਮਹਾਰਾਜ ਗੁਰਮੁਖ ਪਰਿਵਾਰ ਨੂੰ ਅਰਦਾਸ ਕੀਤੀ ਮੁਖ ਰੱਖਦੇ ਹਾਂ। ਸੋਚ ਸਰਕਾਰ ਪੈਣਾ ਅੰਗੀਕਾਰ ਲੋਕ ਸਿੱਖਾਂ ਦੇ ਪਰਦੇ ਕਦੇ ਦਰਸ਼ਨੀ ਘਟਾਵਾਂ ਹਾਜ਼ਰ ਪਾਈਆਂ ਸਭ ਵੱਧ ਤਰੱਕੀਆਂ ਦਿਓ। ਆਪ ਜੀਆਂ ਦੇ ਹਜ਼ੂਰ ਗੁਰਮੁਖ ਪਰਿਵਾਰ ਵੱਲੋਂ ਸਤਿਗੁਰੂ ਜੀਓ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੇ ਜਾ ਕੇ ਹਾਜ਼ਰ ਕਰਵਾਈ ਸਜਾਉਂਦੇ ਆ ਬੇਅੰਤ ਫੁੱਲਾਂ ਦੀ ਖਿਮਾ ਕੇ ਸਮਰਥ ਕਰੀ ਪਾਕ ਸੰਤੋਖ ਪਵਿੱਤਰਾ ਪ੍ਰਲਾਭ ਭੋਗ ਹਰ ਰਾਏ ਕੜਾਹ ਪ੍ਰਸ਼ਾਦ ਦੇ ਕੇ ਭੋਗ ਲਾਓ। ਸੰਗਤ ਵਿੱਚ ਵਰਤੇ ਜੋ ਜੀ ਸੰਗੇ ਪਵਿੱਤਰ ਵਾਹਿਗੁਰੂ ਵਾਹਿਗੁਰੂ ਸਵਾਰ ਨਾਮ ਤੋਂ ਸਤਿਗੁਰੂ ਜੀ ਅੱਲਾਹ ਜੀ ਹੁਕਮਨਾਮਾ ਬਖਸ਼ੇ ਉਪਦੇਸ਼ ਨੂੰ ਕਮਾਉਣ ਦਾ ਫਲ ਨੂੰ ਅਰਦਾਸ ਬੇਨਤੀ ਕਰਦਿਆਂ ਖਾਤਰ ਬੇਅੰਤ ਭੁੱਲਾਂ ਦੀ ਕਿਰਪਾ ਦਿਓ। ਅਸੀਸ ਤੇ ਪਿਆਰੇ ਵੇਦ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਝਾ ਹੈ ਰਾਜ ਕਰੇਗਾ ਖਾਲਸਾ ਅਵਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਬਦਾ ਕਰੋ ਸੇਵਤੇ ਕਰ ਸੇਵਾ ਦੇ ਗੁਰਬਾਣੀ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਣਾ ਰਾਵਣ ਕੋ ਰਹੈ ਰੰਗਣਾ ਤੁੰਗ ਫਕੀਰਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰਾ ਫਰੀਦਾ ਖੰਥੜ ਮੇਖਾਂ ਅਗਲੀਆਂ ਜੰਦਨ ਕਾਈ ਮੇਖਾ ਵਾਰੀ ਆਪੋ ਆਪਣੀ ਕਸੇ ਕਿਆ ਜਾਣਾ ਕਰਨਾ ਜੇ ਕਰ ਮਰਨਾ ਹੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਕਾਚਾ ਧਨ ਸੰਚ ਹੈ ਮੂਰਖ ਗਾਵਾਰ ਮਨ ਮੁਖ ਭੁੱਲੇ ਅੰਧ ਗਾਵਾਰ ਵਿਖਿਆ ਕੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤਿ ਪਾਏ ਕਾਚਾ ਧਨ ਮਨ ਆਵੈ ਜਾਏ ਰਹਾਉ ਮਨ ਮੁਖ ਭੁੱਲੇ ਸਭ ਮਰਹਿ ਗਵਾਰ ਭਵ ਜਲ ਡੂਬੇ ਨਾ ਵਾਰ ਨਾ ਪਾਰ ਸਤਿਗੁਰ ਭੇਟੇ ਪੂਰਾ ਭਾਗ ਸਾਚਰ ਤੇ ਅਹਨਸ ਬੈਰਾਗ ਚਹ ਜੋਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰਾ ਭਾਗ ਹਰ ਨਾਮ ਸਮਾਣੀ ਸਦ ਸਾਧਕ ਤਰਸ ਹੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਾਧ ਕਿਸ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ ਸਭ ਕਿਸ ਸਾਚਾ ਸਾਚਾ ਹੈ ਸੋਏ ਊਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸਚ ਲਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਤੇਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹਿ ਨਾਨਕਾ ਸਦੇ ਉਠੀ ਜਾਏ ਦੇ ਮਹਾਵਾਕਮ ਅਨੁਸਾਰ ਅੱਜ ਆਪਾਂ ਸਰਦਾਰ ਗੁਰੂ ਸੇਵਕ ਸਿੰਘ ਜੀ ਇਹਨਾਂ ਦੀ ਧਰਮ ਪਤਨੀ ਸਤਿਕਾਰਯੋਗ ਸਾਡੇ ਭੈਣ ਜੀ ਭੈਣ ਸਰਬਜੀਤ ਕੌਰ ਉਸ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ। ਸੋ
ਦੁੱਖ ਵਿੱਚ ਸ਼ਰੀਕ ਹੋਏ ਹਾਂ। ਸੋ ਆਪ ਜੀਆਂ ਨੂੰ ਸਭਨਾਂ ਨੂੰ ਪਤਾ ਹੀ ਹੈ, ਰਾਗੀ ਸਿੰਘਾਂ ਨੇ ਵੀ ਵਿਰਾਗ ਅਤੇ ਉਪਦੇਸ਼ਮਈ ਕੀਰਤਨ, ਗੁਰਬਾਣੀ, ਗੁਰ ਇਤਿਹਾਸ, ਗੁਰਮਤਿ ਵਿਚਾਰਾਂ ਰਾਹੀਂ ਆਪ ਜੀਆਂ ਨੂੰ ਦੱਸਿਆ ਹੈ ਕਿ ਜਿਹੜੀ ਮੌਤ ਹੈ ਇਹ ਅਟਲ ਸੱਚਾਈ ਹੈ। ਅਸੀਂ ਵੀ ਹਰ ਥਾਂ ਬੇਨਤੀ ਕਰਦੇ ਹੁੰਦੇ ਹਾਂ, ਇਹ ਸੱਚਾਈ ਦੇ ਨਾਲ ਅਸੀਂ ਭਾਵੇਂ ਮਨੁੱਖ ਹੋ ਗਏ ਹਾਂ, ਪਰ ਇਨਸਾਨ, ਪੁਰਸ਼, ਜੀਵ ਇਸ ਸੱਚਾਈ ਦੇ ਨਾਲ ਪਲ ਪਲ ਸਾਹਮਣਾ ਕਰ ਰਿਹਾ, ਭਾਵ ਕਿ ਇਹ ਜੀਵ ਪਲ ਪਲ ਮਰ ਰਿਹਾ। ਉਹ ਦਿਨ ਨੇੜੇ ਆ ਰਿਹਾ ਹੈ ਜੋ ਭੈਣ ਜੀ ਸਰਬਜੀਤ ਕੌਰ ਦੀਆਂ ਤੇ ਅੱਜ ਤੋਂ 10 ਦਿਨ ਪਹਿਲਾਂ ਆਇਆ ਸੀ। ਉਹ ਦਿਨ ਇੱਕ ਦਿਨ ਸਾਰਿਆਂ ਤੇ ਆਉਣਾ ਹੈ, ਉਸ ਦਾ ਪਤਾ ਨਹੀਂ ਹੈ ਉਹ ਕਿਹੜੀ ਰੁੱਤੇ ਆ ਜਾਣਾ। ਨਾ ਬਾਲਗ, ਨਾ ਜੋਬਨ, ਨਾ ਬਿਰਤੀ ਕਸਬੰਦ। ਉਹ ਬੇਰਾ ਨਾ ਬੁੱਝੀ ਹੈ ਜੋ ਆਏ ਪਰੈ ਜਮ ਪੰਥ। ਉਹ ਪਤਾ ਨਹੀਂ ਹੈ ਸਮਾਂ ਕਦੋਂ ਆ ਜਾਣਾ ਹੈ, ਬਚਪਨ ਵਿੱਚ ਆ ਜਾਣਾ ਹੈ ਜਾਂ ਜਵਾਨੀ ਦੇ ਵਿੱਚ ਆ ਜਾਣਾ ਹੈ ਜਾਂ ਬੁਢੇਪੇ ਦੇ ਵਿੱਚ ਆ ਜਾਣਾ ਹੈ। ਤੇ ਬੁਢੇਪਾ ਵੀ ਆਪਾਂ ਵੇਖਿਆ, ਕਿਉਂਕਿ ਰੱਜ ਨਾ ਕੋਈ ਜੀਵਿਆ ਬਹੁਤ ਨਾ ਚੱਲਿਆ ਕੋਈ। ਭਾਵੇਂ ਕੋਈ ਵੱਡੀ ਉਮਰੇ ਜਾਂਦਾ ਹੈ, ਇਹ ਪਰਿਵਾਰਕ ਦੁੱਖ ਜਾਣਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਰੁੱਤੇ ਵੀ ਭਾਵੇਂ ਬਿਰਧ ਅਵਸਥਾ ਵਿੱਚ ਜਾਂਦਾ ਹੈ, ਸੱਚੀ ਕਿ ਬੁਢੇਪਾ ਆਵੇ ਉੱਪਰ ਜਾਂਦਾ ਹੈ, ਤਾਂ ਵੀ ਮਨੁੱਖ ਕਹਿੰਦਾ ਹੈ ਕਿ ਸਾਰੀ ਉਮਰ ਕਮਾਈ ਕੀਤੀ ਹੈ, ਸਾਰੀ ਉਮਰ ਹੱਡਾਂ ਦੇ ਨਾਲ ਮਿਹਨਤ ਕੀਤੀ ਹੈ, ਅੱਜ ਸੁੱਖ ਵੇਖਣ ਦਾ ਸਮਾਂ ਆਇਆ ਸੀ ਤੇ ਚਲਿਆ ਗਿਆ। ਸੋ ਪਰ ਜੇ ਆਪਾਂ ਗੁਰ ਇਤਿਹਾਸ ਵੱਲ ਨਿਗਾਹ ਮਾਰੀਏ, ਝਾਤੀ ਮਾਰੀਏ, ਤੇ ਮੇਰੇ ਖਿਆਲ ਦੇ ਵਿੱਚ ਕੋਈ ਐਸੀ ਉਮਰ ਨਹੀਂ ਹੋਣੀ ਜਿਸ ਉਮਰ ਦੇ ਵਿੱਚ ਸਾਡੇ ਗੁਰੂਆਂ ਨੇ ਆਪਣਾ ਜੀ ਨਾ ਤੋਰਿਆ ਹੋ। ਕੱਲ ਦਿਨ ਲੰਘ ਕੇ ਗਿਆ ਹੈ, ਸ਼ਹੀਦ ਅਮਰ ਸ਼ਹੀਦੀ ਦਾ ਦਿਹਾੜਾ ਭਾਈ ਬੰਦਾ ਸਿੰਘ ਜੀ ਬਹਾਦਰ ਦਾ। ਸੋ ਗੁਰੂ ਕੇ ਪਿਆਰਿਓ, 4 ਸਾਲ ਦੀ ਉਮਰ ਹੈ, ਬਹੁਤਾ ਸਮਾਂ ਨਹੀਂ। ਬੇਨਤੀ ਹੈ ਪਰਿਵਾਰ ਵੱਲੋਂ ਇਹ ਅੱਜ ਕੇ 5-7 ਮਿੰਟ ਜ਼ਰੂਰ ਲਾਇਓ ਜੈਨੂ ਜੀ। ਉਹਨਾਂ ਦੀ ਬੇਨਤੀ ਪਹਿਲਾਂ ਤਾਂ ਮੈਂ ਨਾ ਬੇਨਤੀ ਕਰ ਦਿੰਦਾ ਹੁੰਦਾ ਕਿ ਭਾਈ ਸਾਹਿਬ ਜੀ ਬੁਲਾ ਰਹੇ ਹੁੰਦੇ, ਮੈਨੂੰ ਨਾਮ ਬੁਲਾਇਆ ਹੁੰਦਾ। ਸੋ ਉਹ ਉਮਰ 4 ਸਾਲ ਦਾ ਬੱਚਾ ਜਿਸ ਦਾ ਕਲੇਜਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਤੇ ਤੁਸੀਂ ਇਤਿਹਾਸ ਵੱਲ ਨਿਗਾਹ ਮਾਰਿਓ, ਭਾਈ ਜੇਠਾ ਜੀ ਦੀ ਕਿਹੜੀ ਉਮਰ ਸੀ। ਪਰਿਵਾਰ ਦੀਆਂ ਗੱਲਾਂ ਨੇ, ਆਪਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਏ ਹਾਂ, ਦੁੱਖ ਨੂੰ ਘਟਾਉਣ ਵਾਸਤੇ ਆਏ ਹਾਂ। ਦੁੱਖ ਨੂੰ ਜੇ ਆਪਾਂ ਵੱਡਾ ਦੁੱਖ ਦੱਸਾਂਗੇ ਤੇ ਸ਼ਾਇਦ ਇਹ ਦੁੱਖ ਘਟ ਸਕਦਾ, ਪਰ ਜਾਂਦਾ ਨਹੀਂ ਆ ਇਹ ਦੁੱਖ ਜਿਹੜਾ। ਰਾਗੀ ਸਿੰਘਾਂ ਨੇ ਬੜਾ ਉਪਦੇਸ਼ ਗੁਰਬਾਣੀ ਵਿੱਚੋਂ ਪ੍ਰਮਾਣ ਲੈ ਕੇ ਆਪ ਜੀ ਨੂੰ ਸਮਝਾਇਆ। ਉਸ ਬੋਲਣ ਨੂੰ ਰਹਿ ਤਾਂ ਨਹੀਂ ਗਿਆ ਸੀ, ਪਰ ਫਿਰ ਵੀ ਭਾਈ ਜੇਠਾ ਵੱਲ ਕਹਿੰਦੇ ਨਿਗਾਹ ਮਾਰ ਕੇ ਦੇਖਿਓ ਕਿੰਨੀ ਕੀ ਉਮਰ ਹੈ, ਹਜੇ ਮਾਂ ਦੇ ਚਿਹਰੇ ਦੀ ਪਹਿਚਾਣ ਨਹੀਂ ਹੋਈ ਤੇ ਮਾਂ ਚਲਾਣਾ ਕਰ ਗਈ। 7 ਸਾਲ ਦੀ ਉਮਰ ਹੋਈ ਆ। ਗੁਰੂ ਕੇ ਪਿਆਰਿਓ, ਭਾਈ ਜੇਠਾ ਜੀਆਂ ਦੀ ਜੋ ਗੁਰੂ ਰਾਮਦਾਸ ਮਹਾਰਾਜ ਜੀ ਬਣੇ, ਚਵਰ ਛਤਰ ਤਖਤਾਂ ਦੇ ਮਾਲਕ ਬਣਿਆ ਮੇਰੇ ਮਾਲਕ। ਸੱਚ ਜਾਣਿਓ, ਉਹ ਉਪਦੇਸ਼ ਨੂੰ ਕਮਾਉਣਾ ਮਹਾਰਾਜ ਤੁਸੀਂ ਭਾਣਾ ਕਿਵੇਂ ਮੰਨ ਗਏ। ਮਹਾਰਾਜ ਇਹਨਾਂ ਦੁੱਖ ਕਿਵੇਂ ਜਰ ਗਏ, ਕਿਵੇਂ ਸਹਿ ਗਏ। 7 ਸਾਲ ਦੀ ਉਮਰ ਵਿੱਚ ਪਿਤਾ ਵੀ ਚਲਾਣਾ ਮਿਲ ਗਿਆ। ਤੇ ਇਤਿਹਾਸ ਰੂਪ ਦੇ ਪੜ੍ਹ ਕੇ ਦੇਖਿਓ, ਮੇਰਾ ਮਾਲਕ ਕਹਿੰਦਾ ਨਾ
ਭਾਈ ਅੱਜ ਅਸੀਂ ਗੁਰਬਾਣੀ ਨਾਲ ਟੁੱਟੇ ਬੈਠੇ ਹਾਂ। ਪਾਤਸ਼ਾਹ ਕਹਿੰਦੇ ਗਲਗਾ ਗੋਬਿੰਦ ਗੁਣ ਰਖੋ ਸਾਸ ਸਾਸ ਜਪ ਨੀਤ ਕਹਾ ਵਿਸਾਸਾ ਦੇਹ ਕਾ ਬਿਲਮ ਨਾ ਕਰੋ ਗੀਤ। ਇਹ ਮੇਰੇ ਮਿੱਤਰ ਬਿਲਮ ਦੇਰੀ ਨਾ ਕਰ, ਉਸ ਪਰਮੇਸ਼ਰ ਦਾ ਸਾਸ ਸਾਸ ਸਿਮਰਨ ਕਰ, ਉਹਨੂੰ ਧਿਆਨ। ਇਸ ਦੇਹੀ ਦਾ ਇੱਕ ਖਿੰਨ ਦਾ ਪਤਾ ਨਹੀਂ ਕਦੋਂ ਆਖਰੀ ਸਵਾਸ ਬਣਦੇ ਆਖੋ ਜੀ ਸਤਨਾਮ। ਇਸ ਕਰਕੇ ਗੁਰੂ ਪਿਆਰ ਵਾਲਿਓ, ਅੱਜ ਆਪਾਂ ਭੈਣ ਜੀ ਸਰਬਜੀਤ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹਾਂ। ਸੋ ਸੁਪਨਾ ਸੰਗਤਾਂ ਨੂੰ ਧੰਨਵਾਦ ਕਰਨ ਦੇ ਨਾਲ ਮੈਂ ਕੋਈ ਸੇਵਾ ਸੰਭਾਲਣ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਅਵਤਾਰ ਸਿੰਘ, ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂ ਉਹ ਆ ਕੇ ਮਾਈਕ ਦੀ ਸੇਵਾ ਸੰਭਾਲਣ। ਸਤਿਕਾਰਯੋਗ ਭਾਈ ਅਵਤਾਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। श्री गुरु ग्रंथ साहिब जी की पावन ते पवित्र गोद में बैठी हुई गुरु साध संगत जी, वाहिगुरू जी का खालसा, वाहिगुरू जी की फतेह। गुरबाणी में दर्ज है, देहा चीरी लिखिया तेहा हुक्म कमाने, झले आवे नानका छते उपजा। इसे महावाक अवतार सरबजीत कौर धर्म पत्नी सरदार गुरसेवक सिंह चाहल, जो कि बहुत थोड़ी उम्र के अपनी संसार की यात्रा पूरी करते हुए गुरु चरणों में जा बराते हैं। परिवार ने सरबजीत कौर का बहुत ट्रीटमेंट कराया। उन्होंने एक लंबी बीमारी सी, बहुत वधिया डॉक्टर साहबान को ट्रीटमेंट कराया, पर उन्होंने घट गई कह लो या समा आ गया कह लो भी वो अपनी जी जिंदगी है बचा नहीं सके। सो पिछे वो अपना एक छोटा जहा बच्चा सहजप्रीत सिंह और परिवार रिश्तेदारों ते होर सगे संबंधियों रोंदिया विरकदिया छड्ड के गुरु चरणों में जा बराते हैं, जो कि सारे ही नगर वासियों रिश्तेदारों बहुत वड्डा जिहड़ा ये कह लो भी दुख होया है इस चीज़ का। ते अगे जो मैं बुलारियां को बुलावांगा और उन्होंने बेनती है कि सीमित शब्दों में 2-2 मिनट उन्होंने देंगे, वो अपने जो है विचार रख सकन अते विछड़ी हुई रूह को श्रद्धा के मुल भेंट कर सकन। दलजीत सिंह नैशनल एम्पलॉय यूनियन के जो प्रधान ने उन्होंने मैं बेनती कराँगा कि इत्थे आके अपने जो परिवार का दुख साझा कर आपके विचार रखें। जुगो जुगे काल शायद श्री गुरु ग्रंथ ਸਾਹਿਬ ਦੀ ਹਜ਼ੂਰੀ ਵਿੱਚ बहुत ही सत्कारयोग भैन जी सरबजीत कौर ਦੀ ਅੰਤਮ ਅਰਦਾਸ ਪਹੁੰਚੀ ਹੋਈ गुरु ग्रंथ ਸਾਹਿਬ ਜੀ ਬੁਲਾਓ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਜਿਹਾ ਜੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਏ ਨਾਨਕਾ ਸੱਤੇ ਉਪਜਾਏ। ਤੇ ਮਹਾਂਬਾਪ ਨੇ ਸਾਡੇ ਸਤਿਕਾਰਯੋਗ ਭੈਣ ਜੀ ਸਰਬਜੀਤ ਕੌਰ ਇਸ ਦੁਨੀਆ ਤੋਂ ਸਦਾ ਲਈ ਚਲੇ ਗਏ। बेशक जो भी मनुष्य दुनिया से होगा सब को पता कि एक दिन सब ने चले जाना, पर जो उम्र तो पहला जिस तरह भैन जी सरबजीत कौर गए ने उनका जो दुख है उत्थे परिवार उनका उत्थे समाज उत्थे रिश्तेदारों उत्थे स्नेहियों बहुत बड़ा सदमा मिला, क्योंकि उम्र बहुत थोड़ी सी, बहुत लोड़ सी परिवार अजे साडे वीर गुरसेवक सिंह का जीवन साथी सदा ਲਈ चले गए और उत्थे बुजुर्ग बापू सरदार दर्शन सिंह जी, बुजुर्ग माता जिन्होंने जो छोड़ा सैनी होना
और सब तो वड्डा दुख वो 10 साल के बच्चे जिन्होंने अजे दुनिया का कुछ पता भी नहीं और अज तो बाद वो कदे भी माफ नहीं कर परमात्मा यही मंजूर सी। मेरे तो पहला ग्रंथी सिंह ने रागी सिंह ने जिंदगी के फलसफे समझाया। बेशक बीमारियां भी समाज बहुत है, इलाज भी बहुत मुड़े आए हैं, कोई यह जी बीमारी भी नहीं सी, इलाज भी चलिया और टॉप के हस्पताल वीर गुरसेवक सिंह भी समय तो पहले लैके चले गए। कदे भी इन्होंने ढिल नहीं की, चाहे रात हो चाहे दिन हो, जदों भी भैन जी प्रॉब्लम आई इन्होंने नाल दी नाल हस्पताल पहुँचाया, बहुत इलाज भी वधिया होया। पर पता नहीं परमात्मा यही मंजूर सी कि उन्होंने अपने नहीं रहना सी। सो मैं ज़्यादा समा लेता हुआ परमात्मा के अरदास बेनती करते हैं कि उस विछड़ी रूह परमात्मा अपने चरणों च वास बख्शे और पिछे परिवार में भाड़ा पूरा मन बख्शे। वाहिगुरू जी का खालसा वाहिगुरू जी की फतेह। बाबा बुल्ले शाह जी फरमाते हैं, बुल्ले शाह इतने सब मुसाफिर किसी ना भाई रहना, आपको अपनी बात मुका के सब को बोलना पैना। जो जीवन है एक तमाशा की कुंजी है, गुरबाणी में दर्ज है, हम आदमी हाँ एक दमी मोहलत बोलना जाना। हाँ जी, जेडे सैकंड बुलारे ने राजदीप सिंह प्रधान एक जोत सेवा सोसाइटी, वो इतने आके 2 मिनट ਲਈ अपने विचार रखन। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਫੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਸਰਦਾਰ ਗੁਰਸੇਵਕ ਸਿੰਘ ਜੀ ਨੂੰ ਤੁਸੀਂ ਸਾਰੇ ਹੀ ਜਾਣਦੇ ਹਨ ਕਿ ਨੈਸ਼ਨਲ ਅਪਲਾਈ ਹੈ। ਇਹ ਬਹੁਤ ਹੀ ਵਧੀਆ ਇਨਸਾਨ ਨੇ, ਬੜੇ ਲੰਬੇ ਸਮੇਂ ਤੋਂ ਇਹ ਸੰਗਤ ਦੀ ਸੇਵਾ ਕਰਦੇ ਹਨ। ਸਾਡੇ ਸਤਿਕਾਰਯੋਗ ਸਰਜੀਤ ਕੌਰ ਭੈਣ ਜੀ, ਇਹਨਾਂ ਬਾਰੇ ਸਾਨੂੰ ਵੀ ਪਤਾ ਕਿਉਂਕਿ ਸਾਡੀ ਸੁਸਾਇਟੀ ਦਾ ਇੱਥੇ ਆਉਣਾ ਜਾਣਾ ਸੀ ਔਰ ਇਸ ਪਰਿਵਾਰ ਨੇ ਏਕਜੁੱਟ ਸੇਵਾ ਸੁਸਾਇਟੀ ਨੂੰ ਬਹੁਤ ਹੀ ਉਚਾਈ ਤੱਕ ਲੈ ਕੇ ਗਏ ਕਿਉਂਕਿ ਸਾਧ ਸੰਗਤ ਨੂੰ ਬਹੁਤ ਜੋੜਿਆ ਕਿਸ ਲਈ? ਕਿਉਂਕਿ ਇਹਨਾਂ ਨੇ ਚੰਗੇ ਕਰਮ ਹੀ ਕੀਤੇ ਤੇ ਅੱਜ ਵੀ ਕਰਦੇ ਆ। ਮੇਰਾ ਖਿਆਲ ਹੈ ਵੀ ਜਿੰਨਾ ਚਿਰ ਇਹਨਾਂ ਦੀ ਜ਼ਿੰਦਗੀ ਰਹੂਗੀ ਉਹਨਾਂ ਚਿਰ ਕਰਦੇ ਰਹਿਣਗੇ। ਮੈਂ ਇਸ ਨਗਰ ਦੀ ਪੰਚਾਇਤ ਨੂੰ ਛੋਟੀ ਜਿਹੀ ਇੱਕ ਬੇਨਤੀ ਕਰਦਾ ਕਿਉਂਕਿ ਸਮਾਂ ਘੱਟ ਲੱਗਦਾ, ਮੈਂ ਕੀ ਰਹੂੰਗਾ। ਅਗਰ ਕੋਈ ਵੀ ਪੰਚਾਇਤ ਨੂੰ ਸਾਡੀ ਸਰਕਾਰ ਨੂੰ ਸਰਬਜੀਤ ਭੈਣ ਸਾਡੇ ਵੱਲੋਂ ਸੱਚੀ ਸ਼ਰਧਾਂਜਲੀ ਹੋਵੇਗੀ, ਜੇ ਕਿਸੇ ਮੇਰੇ ਵੀਰ ਨੂੰ ਅੱਖਾਂ ਦੇ ਲੈਣ ਦੇ, ਜਿਵੇਂ ਅੱਖਾਂ ਦਾ ਆਪਰੇਸ਼ਨ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਜੇ ਲੋੜ ਹੋਈ ਸਰਦਾਰ ਗੁਰਸੇਵਕ ਸਿੰਘ ਜੀ ਨੂੰ ਤੁਸੀਂ ਮਿਲ ਸਕਦੇ ਹੋ। ਅਸੀਂ ਸਾਰੇ ਰਲ ਕੇ ਇਹ ਨੇਕ ਕੰਮ ਕਰਦੇ ਹਾਂ ਔਰ ਕਰਦੇ ਰਹਾਂਗੇ। ਬਸ ਇੰਨੀਆਂ ਗੱਲਾਂ ਦੇ ਨਾਲ ਸਾਡੇ ਸਾਰੀ ਇੱਕ ਜੋ ਸੇਵਾ ਸੁਸਾਇਟੀ ਵੱਲੋਂ ਇਹ ਸਾਡੇ ਸਰਕਾਰ ਨੂੰ ਭੈਣ ਜੀ ਹੋਏ ਸੱਚੀ ਸ਼ਰਧਾਂਜਲੀ ਹੋਵੇਗੀ। ਇੰਨੀਆਂ ਗੱਲਾਂ ਦੇ ਨਾਲ ਖਿਮਾ ਦੇ ਜਾਤ ਕਹਿ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हम इस तो बाद अगले बुलारे इंद्रजीत सिंह वीर चिड़क जो कि सीनियर कांग्रेसी आगू ने, वो आके अपने विचार रखेंगे। श्री गुरु ग्रंथ साहब जी की हजूरी विच बैठी गुरु साध संगत जी, वाहिगुरू जी का खालसा वाहिगुरू जी की कुछ शब्द नहीं बैठा सोच रहा सी कि वो किहड़े लफ्ज़ होण किन्हां नाल असीं परिवार नूं कोई ढंग दे सके। बैठे ने सामने सरदार दर्शन सिंह जी, मेरा छोटा वीर सेवक, बिल्कुल अपना बच्चा। इन्हें मैंने दिन याद है जिस दिन मेरा जन्म होया। मैं समझा कि गुरसेवक सिंह शायद दुनिया ने सारिया खुशियां एक पासे सी ते बेटा जो पैदा होया एक खुशी कभी नहीं सी, लेकिन काल पुरख को खुशी मंजूर नहीं। ज़्यादा समय नहीं लेना। मेरी छोटी भैन सरबजीत कौर परिवार का तुरंत अफसोस कर दिन हो गया आया तो
दर्शन सिंह जी वो सौरा नहीं सन, वो बाप सन। वो मेरे नाल कोई गल ही नहीं कर सके। हर एक मिनट बाद 2 मिनट बाद मेरा मन भरिया हो रहा सी तो मैं उदास होकर उठ के चला गया। मैंने कहते सरदार जी सानू घर का किसी पासों फिक्र नहीं सी। वो बेटी कबीलदारी होवे, समाज सेवी काम हो, कोई लंगर का काम होवे, ना तो मैनू फिक्र सी ना साडे सेवक सिंह नूं फिक्र सी। इहो जिहियां रूहां बहुत घट समाज हुंदियां ने। तो सरकारयोग बुलारे बोले सारे, मैं समझना बहुत भारी तादाद इस फैसले पहुंची है। साडे सेवक सिंह जी गुरु महाराज की हजूरी च खड़ के कोई वडियाई नहीं करता, वो भी एक अकाल पुरख ने इस गुण दिता कि कोई अरबापति या खरबापति नहीं। लेकिन मैं एक गल हमेशा करता सी गुरसेवक लई, इन्हां दे मन नूं इन्नी संतुष्टि सी। इन्होंने कहना दिल साहब मैं कभी सोचा नहीं सी कि इन्ने वड्डे दिल विचरांगा, एडे वधिया वधिया इंसान मेरे संपर्क च आउणगे। मैं समझा भी किते कुछ साथे किसी गलती अरदास बेनती गलती हो गई। मेरे वीर नूं बहुत भारा ना पूरा होना घाटा यार। जिवें भाई साहब ने कहा साढ़े कोले तेरा कोई हल नहीं, इन्हें पाई है काल पुरख ने वही कटेगा, क्योंकि समा बड़ा बलवान पूरा समय नाल हौली हौली भुल तो नहीं सकना। हर खुशी गमी से सानू वो सट वजह करेगी ना, वो खुशियां रहनियां इस परिवार के विच, लेकिन पिता कुछ नहीं जा सकता। मैं ज़्यादा समय लेना बहुत कुछ बोलिया जा सकता। इन्होंने सवाल है इन्होंने पिंड के इलाके जो महक फैलाई अपने प्यार के वो एक छोटा बच्चा देख के मन उदास हो गया। वाकई एक सरकारयोग बुलारे ने कहा कि ये बच्चे ने अपनी माँ अपनी रही उम्र तक एक ही बात रहनी है कि काल कम से कम मैं करता कि मैं अपनी माँ वो नहीं ले सकता। लेकिन ये सारिया गल्लां काल पुरख दे वस। मैं अंत दे विच बेटे ने बेटी मांगी, कसूर आए ने, एक उन्होंने माफ़ी मंगी बोली। वैसे सही गल है, एक दुनियादारी है की बोली, कोई उम्र नहीं सी श्रद्धांजलि वाली, लेकिन चलो दुनिया के तौर पर एक परंपरा बड़ी तुरी होती है। अंत दे विच अकाल पुरख के चरणों से ही अरदास करांगे सच्चे पिता वो बेटी को अपने चरणों से निवास स्थान बख्शो। परिवार से जिस तरह तुम पाई तुम आप सहाई हो, उस तरह कटन का बल बख्शो, रिश्तेदारों बख्शो, यार दोस्तों बख्शो। इन्ना के बड़ा जप सका श्री वाहिगुरू जी का खालसा वाहिगुरू जी की फतेह। सरदार इंद्रजीत सिंह जी और जेडे बुलारे गुरबंद सिंह सिंघावाला, राजवंत माला, राम सिंह सिद्धू, परमजीत सिंह दोदर, हरी सिंह भाई, लक्की वाला सरपंच और जिन्हें बुलारे आए हैं अभी उन्होंने माफ़ी चाहते हैं। और इतने विशेष तौर पर परिवार का दुख साझा करना मालका सूद सज्जन जो कि हल्का इंचार्ज मोगा ने पंजाब प्रदेश कांग्रेस कमेटी ने वो भी इतने तेजे तौर पर पहुँचे हैं। और जिन्नी भी इतने संगत आई है सारी संगत का जाल परिवार वालों तह दिलों धन्यवाद किया जाता है। और परिवार वालों एक ढलोआ साहब चढ़ाया जाना है गुरुद्वारा साहब, तो बाकी जो माया आई है परिवार वालों उस विछड़ी हुई जरूरी याद रखो। गुरुद्वारा भाई जीवन सिंह झंडे वाला जिन्हें भी सेवादार इतने पहुँचे हैं डेरिया तो या गुरुद्वारा साहिबान तो वो अपनी माया भाई लै जान।
ਗੁਰਦੁਆਰਾ ਬਾਬਾ ਜੀਵਨ ਸਿੰਘ ਝੰਡੇਵਾਲਾ ਔਰ ਬਾਬਾ ਜੋਗੀ ਪੀਰ ਜੀ ਦੇ ਸੇਵਾਦਾਰ ਉਹ ਵੀ ਮਾਇਆ ਲੈ ਜਾਣ। ਤੇ ਇਸ ਤੋਂ ਇਲਾਵਾ ਬਾਬਾ ਰੂਲੂ ਸ਼ਾਹ ਜੀ ਜੋ ਬਾਬਾ ਸ੍ਰੀ ਚੰਦ ਦਾ ਡੇਰਾ ਭੱਟੀਆਣਾ ਸਾਹਿਬ ਉਹ ਵੀ ਮਾਇਆ ਲੈ ਜਾਣ। ਤੇ ਡੇਰਾ ਬਾਬਾ ਮਲੂਨਾਥ ਜੀ ਉਹਨਾਂ ਵਾਸਤੇ ਵੀ ਪਰਿਵਾਰ ਵੱਲੋਂ ਸੇਵਾ ਦਿੱਤੀ ਗਈ ਹੈ। ਏਕ ਜੋਤ ਸੇਵਾ ਸੁਸਾਇਟੀ, ਇਸ ਸੁਸਾਇਟੀ ਨੂੰ ਵੀ ਪਰਿਵਾਰ ਨੇ ਸੇਵਾ ਦਿੱਤੀ ਹੈ। ਉਹ ਮਾਇਆ ਸੇਵਾਦਾਰ ਆ ਕੇ ਪ੍ਰਾਪਤ ਕਰ ਸਕਦੇ ਹਨ। ਔਰ ਦੂਸਰੀ ਜੋ ਬੇਨਤੀ ਹੈ ਪਰਿਵਾਰ ਵੱਲੋਂ ਕਿ ਸਾਰੇ ਹੀ ਜਿੰਨੀ ਵੀ ਸੰਗਤ ਪਹੁੰਚੀ ਹੈ, ਜਿੰਨੇ ਪੰਚ ਸਰਪੰਚ ਲੀਡਰ ਸਾਹਿਬਾਨ ਰਿਸ਼ਤੇਦਾਰ ਦੂਰੋਂ ਨੇੜਿਓਂ ਸੰਗਤ ਪਹੁੰਚੀ ਹੈ, ਸਾਰੀ ਸੰਗਤ ਨੇ ਪ੍ਰਸ਼ਾਦਾ ਛਕ ਕੇ ਜਾਣਾ ਹੈ। ਪ੍ਰਸ਼ਾਦਾ ਛਕੇ ਬਿਨਾਂ ਕਿਸੇ ਨੇ ਵੀ ਨਹੀਂ ਜਾਣਾ। ਹੋਰ ਬਾਕੀ ਜੋ ਨੈਸਲੇ ਇੰਪਲਾਈ ਯੂਨੀਅਨ ਦੇ ਵੀਰ ਆ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਜਾਂ ਹੋਰ ਪਰਿਵਾਰ ਦੇ ਦੁੱਖ ਵਿੱਚ ਸ਼ਾਮਲ ਹੁੰਦੇ ਰਹੇ ਆ, ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ। ਹੋਰ ਜਿੰਨੇ ਕੋਈ ਮੁਲਾਜ਼ਮ ਸਾਥੀ ਪਹੁੰਚੇ ਆ, ਮੁਲਾਜ਼ਮ ਵੀ ਕੋਈ ਪਟਵਾਰੀ ਹੈ, ਕੋਈ ਪੁਲਿਸ ਮੁਲਾਜ਼ਮ ਹੈ, ਸਾਰਿਆਂ ਦਾ ਹੀ ਧੰਨਵਾਦ ਕੀਤਾ ਜਾਂਦਾ ਹੈ। ਅੰਤ ਵਿੱਚ ਮੈਂ ਦੋ ਹੀ ਸ਼ਬਦ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਜਿਸ ਤਰ੍ਹਾਂ ਕਿ ਇੱਕ ਬਾਣੀ ਵਿੱਚ ਦੱਸਿਆ ਤੋਂ ਕਾਦਰ ਤੇਰੀ ਕੁਦਰਤ ਸੁਭਾਨ ਅੱਲਾਹ ਵੀ ਸਿਫਤ ਕੀਤੀ ਗਈ ਹੈ ਕਾਦਰ ਦੀ ਕੁਦਰਤ ਦੀ। ਕੁਦਰਤ ਜਿਹੜੀ ਹੈ ਉਹ ਹੈ ਬੂਟੇ ਆ, ਦਰਖਤ ਆ। ਕਾਦਰ ਦੀ ਕੁਦਰਤ ਦਾ ਅੱਜ ਆਪਾਂ ਸਾਰਿਆਂ ਨੇ ਕਤਲ ਕਰ ਦਿੱਤਾ। ਹੁਣ ਸਾਰਿਆਂ ਦਾ ਜ਼ੋਰ ਹੈ ਵੀ ਬੂਟੇ ਲਾਓ, ਦਰਖਤ ਲਾਓ। ਬੂਟੇ ਕੋਈ ਇੱਕ ਦੋ ਦਿਨ ਵਿੱਚ ਤਿਆਰ ਨਹੀਂ ਹੋ ਜਾਂਦੇ। ਠੀਕ ਹੈ, ਲਾਉਣੇ ਆਪਣਾ ਫਰਜ਼ ਹੈ, ਪਰ ਸਦੀਆਂ ਪੁਰਾਣੇ ਰੁੱਖ ਵੀ ਆਪਾਂ ਜਿਹੜੇ ਪੱਟਦੇ ਇਹਦੇ ਜ਼ਿੰਮੇਵਾਰ ਆਪਾਂ ਸਾਰੇ ਲੋਕ ਹਾਂ। ਸਰਕਾਰ ਵੀ ਜ਼ਿੰਮੇਵਾਰ ਹੈ, ਜਿਹੜੇ ਹਾਈਵੇ ਆ, ਫ੍ਰੀਵੇ ਆ, ਉਹਨਾਂ ਨੇ ਸਾਰੇ ਦਰਖਤ ਪੱਟਦੇ ਜਦੋਂ ਨਵੀਆਂ ਸੜਕਾਂ ਇਜਾਦ ਕੀਤੀਆਂ। ਤੇ ਪਰ ਚਲੋ ਜੋ ਗਲਤੀ ਹੈ ਮਨੁੱਖਾਂ ਤੋਂ ਹੋ ਗਈ ਹੈ ਤੇ ਇਸ ਨੂੰ ਸੁਧਾਰਨ ਲਈ ਵਾਕਈ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਆ। ਜ਼ਿਆਦਾ ਤੋਂ ਜ਼ਿਆਦਾ ਆਪਣੇ ਖੇਤ ਲਾਓ, ਘਰੇ ਲਾਓ, ਜੋ ਵੀ ਹੈ। ਤੇ ਇੰਨੀ ਹੀ ਬੇਨਤੀ ਹੈ ਤੇ ਜਿਹੜੀ ਕਾਦਰ ਦੀ ਕੁਦਰਤ ਹੈ ਇਹਨੂੰ ਆਪਾਂ ਬਹਾਲ ਰੱਖੀਏ। ਇਹਦੇ ਨਾਲ ਹੀ ਬਾਰਿਸ਼ਾਂ ਹੋਣੀਆਂ, ਇਹਦੇ ਨਾਲ ਹੀ ਵਾਤਾਵਰਨ ਸਹੀ ਹੋਣਾ, ਵੈਦਰ ਜਿਹੜਾ ਸਹੀ ਹੋਣਾ। ਉਹ ਬੇਨਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਦੇਖ ਲੈਣੀ ਆ ਬਾਹਰ ਬਰਾਂਡੇ ਦੇ ਵਿੱਚ। ਸੋ ਕੈਮਰੇ ਤੇ ਦੇਖ ਵਰਤਾਈ ਜਾ ਰਹੀ ਹੈ, ਉੱਥੇ ਦੇਖ ਪ੍ਰਾਪਤ ਕਰੋ। ਉਪਰੰਤ ਕਿਸੇ ਵੀ ਗੁਰਮੁਖ ਪਿਆਰੇ ਭਾਈ ਭਾਈ ਨੇ ਪ੍ਰਸ਼ਾਦਾ ਪਾਣੀ ਛਕੇ ਬਿਨਾਂ ਨਹੀਂ ਜਾਣਾ ਜੀ। ਛਕੇ ਜਾਣਾ ਸਭਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।
Thank you.